ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ। ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਆਪ ਜੀ ਨੇ 3 ਨੰਬਰ ਪੌੜੀ ਤੱਕ ਵਿਚਾਰ ਸਰਵਣ ਕੀਤੇ ਹਨ। ਅੱਜ ਆਪਾਂ 4 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਪਹਿਲੀਆਂ 3 ਪੌੜੀਆਂ ਵਿੱਚ ਹੁਕਮ ਦੀ, ਰਜ਼ਾ ਦੀ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਕਿਵੇਂ ਇਸ ਜੀਵ ਨੇ ਸਚਿਆਰਾ ਬਣਨਾ ਹੈ, ਕਿਵੇਂ ਇਸ ਨੇ ਉਸ ਸੱਚੇ ਦਾ ਰੂਪ ਬਣਨਾ ਹੈ, ਕਿਵੇਂ ਆਪਣੇ ਅੰਦਰੋਂ ਉਸ ਮਾਲਕ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ। ਇਹ ਵਿਚਾਰ ਆਪਾਂ ਪਹਿਲੀ, ਦੂਜੀ ਅਤੇ ਤੀਜੀ ਪੌੜੀ ਵਿੱਚ ਵਿਚਾਰ ਸਰਵਣ ਕਰ ਚੁੱਕੇ ਹਾਂ। ਕਿਉਂਕਿ ਹਰ ਵਾਰ ਮੈਨੂੰ ਪਿਛਲੀ ਪੌੜੀਆਂ ਦੀ ਵਿਚਾਰ ਤਾਂ ਕਰਨੀ ਪੈ ਰਹੀ ਹੈ ਕਿਉਂਕਿ ਗੁਰੂ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਲੜੀ ਪਰੋਈ ਹੈ। ਜਦੋਂ ਇੱਕ ਪੌੜੀ ਵਿੱਚ ਗੁਰਦੇਵ ਨੇ ਵਿਚਾਰ ਦਿੱਤੇ ਨੇ, ਉਸ ਤੋਂ ਬਾਅਦ ਦੂਜੀ ਪੌੜੀ ਵਿੱਚ ਫਿਰ ਉਸੇ ਵਿਚਾਰ ਨੂੰ ਅੱਗੇ ਤੋਰਿਆ, ਫਿਰ ਤੀਜੀ ਪੌੜੀ ਵਿੱਚ ਫਿਰ ਉਸੇ ਤਰ੍ਹਾਂ ਉਸੇ ਵਿਚਾਰ ਨੂੰ ਹੋਰ ਅੱਗੇ ਵਿਸਥਾਰ ਦਿੱਤਾ ਹੈ। ਜਿਵੇਂ ਆਪਾਂ ਪਹਿਲੀ ਪੌੜੀ ਵਿੱਚ ਸਰਵਣ ਕਰ ਚੁੱਕੇ ਹਾਂ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੇ ਟੁੱਟੇ ਪਲ, ਕਿਵੇਂ ਇਹ ਜੀਵ ਉਸ ਸੱਚੇ ਦਾ ਰੂਪ ਬਣ ਸਕੇ, ਕਿਵੇਂ ਕੂੜੇ ਟੁੱਟੇ ਪਾਲ, ਕਿਵੇਂ ਉਹ ਦੀਵਾਰ ਟੁੱਟੇ ਜਿਹੜੀ ਦੀਵਾਰ ਇਹਦੇ ਤੇ ਉਸ ਸੱਚ ਦੇ ਦਰਮਿਆਨ ਖੜੀ ਹੋਈ ਹੈ। ਗੁਰਦੇਵ ਜੀ ਨੇ 4 ਨੰਬਰ ਪੌੜੀ ਵਿੱਚ ਉਸੇ ਗੱਲ ਦਾ ਬਹੁਤ ਸੁੰਦਰ ਤਰੀਕੇ ਨਾਲ ਜਵਾਬ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 4 ਨੰਬਰ ਪੌੜੀ ਵਿੱਚ ਵਿਚਾਰ ਦਿੰਦੇ ਨੇ, ਕਿਉਂਕਿ ਜਦੋਂ ਵੀ ਪੌੜੀ ਦੀ ਆਪਾਂ ਵਿਚਾਰ ਕਰਦੇ ਹਾਂ ਤਾਂ ਸਭ ਤੋਂ ਪੌੜੀ ਦੀ ਅਖੀਰਲੀ ਜਿਹੜੀ ਤੁਕ ਹੈ ਉੱਥੋਂ ਵਿਚਾਰ ਆਪਾਂ ਆਰੰਭ ਕਰਦੇ ਹਾਂ ਤਾਂ ਕਿ ਗੱਲ ਸਾਨੂੰ ਸੌਖਿਆਂ ਸਮਝ ਪੈ ਜਾਏ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸ਼ਬਦਾਂ ਵਿੱਚ ਰਹਾਉ ਦੇ ਬੰਦ ਨੂੰ ਸਭ ਤੋਂ ਪਹਿਲਾਂ ਵਿਚਾਰਦੇ ਹਾਂ ਤਾਂ ਕਿ ਸਾਨੂੰ ਬਾਕੀ ਸ਼ਬਦ ਸਮਝਣਾ ਸੌਖਾ ਲੱਗੇ। ਇਸੇ ਤਰ੍ਹਾਂ ਜਦੋਂ ਅਸੀਂ ਪੌੜੀਆਂ ਦੀ ਵਿਚਾਰ ਕਰਦੇ ਹਾਂ ਤੇ ਪੌੜੀ ਦੀ ਅਖੀਰਲੀ ਜਿਹੜੀ ਤੁਕ ਹੈ ਜਾਂ ਅਖੀਰਲੀਆਂ 1-2 ਲੈਣਾ ਹੁੰਦੀਆਂ ਨੇ, ਉਹਨਾਂ ਪੰਕਤੀਆਂ ਤੋਂ ਵਿਚਾਰ ਲੈਣੀ ਪੈਂਦੀ ਹੈ ਤਾਂ ਕਿ ਸਾਨੂੰ ਸਮਝ ਲੱਗ ਜਾਏ ਕਿ ਗੁਰਦੇਵ ਜੀ ਇਸ ਪੌੜੀ ਵਿੱਚ ਕੀ ਵਿਚਾਰ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਪਹਿਲੀ ਪੌੜੀ ਵਿੱਚ ਸਵਾਲ ਪੈਦਾ ਕੀਤਾ ਸੀ ਵੀ ਕਿਵੇਂ ਜੀਵ ਸੱਚਾ ਬਣੇ, ਕਿਵੇਂ ਇਹ ਸਚਿਆਰੇ ਦਾ ਰੂਪ ਬਣੇ, ਮਹਾਰਾਜ 4 ਨੰਬਰ ਪੌੜੀ ਵਿੱਚ ਉਸੇ ਦੀ ਵਿਚਾਰ ਨੂੰ ਅੱਗੇ ਤੋਰਦੇ ਦੱਸ ਰਹੇ ਨੇ ਕਿ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਹੁਣ ਕਰਮੀ ਆਵੇ ਕੱਪੜਾ, ਕਰਮੀ ਦਾ ਅਰਥ ਬਖਸ਼ਿਸ਼ ਹੈ। ਕਰਮਖੰਡ ਕੀ ਬਾਣੀ ਜ਼ੋਰ। ਉਹ ਜਿਹੜਾ ਕਰਮ ਸ਼ਬਦ ਹੈ ਗੁਰਬਾਣੀ 'ਚ ਕੰਮ ਲਈ ਵੀ ਆਇਆ, ਕਿਰਤ ਕਰਮ ਕੇ ਵਿਛੜੇ, ਉੱਥੇ ਕਰਮ ਦਾ ਅਰਥ ਕੰਮ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਰਮਖੰਡ ਕੀ ਬਾਣੀ ਜ਼ੋਰ, ਉੱਥੇ ਕਰਮ ਦਾ ਅਰਥ ਬਖਸ਼ਿਸ਼ ਹੈ। ਭਾਵੇਂ ਅੱਖਰ ਉਹੀ ਨੇ ਕੱਕਾ ਰਾਰਾ ਮੰਮਾ, ਪਰ ਉਹ ਪ੍ਰਕਰਨ ਮੁਤਾਬਕ ਉਹਦੇ ਅਰਥ ਬਦਲ ਜਾਣੇ ਨੇ ਕਿ ਗੁਰਦੇਵ ਜੀ ਇੱਥੇ ਕਿਹੜੇ ਸੈਂਸ ਵਿੱਚ ਗੱਲ ਕਰ ਰਹੇ ਨੇ, ਗੁਰਦੇਵ ਜੀ ਸਮਝਾਉਣਾ ਕੀ ਚਾਹੁੰਦੇ ਹਨ। ਤੋ ਇੱਥੇ ਗੁਰਦੇਵ ਜੀ ਇਸ ਪੌੜੀ ਵਿੱਚ ਕਹਿੰਦੇ ਨੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਦੋਂ ਵੀ ਕਿਸੇ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਤੇ ਮਾਣ ਸਨਮਾਨ ਦਾ ਹੱਕਦਾਰ ਇਨਸਾਨ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਮਨੁੱਖ ਚੰਗਾ ਕੰਮ ਕਰਦਾ ਹੈ। ਆਪਾਂ ਸਮਾਜ ਵਿੱਚ ਵੇਖਦੇ ਹਾਂ ਕਿਸੇ ਵੀ ਇਨਸਾਨ ਨੂੰ ਜਦੋਂ ਕੋਈ ਮਾਣ ਸਨਮਾਨ ਦਿੱਤਾ ਜਾਂਦਾ ਹੈ, ਉਹਨੂੰ ਉਦੋਂ ਮਾਣ ਸਨਮਾਨ ਦਿੱਤਾ ਜਾਂਦਾ ਹੈ ਜਦੋਂ ਉਹ ਕੋਈ ਜਿੱਤ ਪ੍ਰਾਪਤ ਕਰਦਾ, ਕੋਈ ਚੰਗਾ ਕੰਮ ਕਰਦਾ ਹੈ। ਇੱਥੇ ਬਖਸ਼ਿਸ਼ ਰੂਪੀ ਜਿਹੜਾ ਕੱਪੜਾ ਮਿਲਣਾ ਹੈ, ਗੁਰਦੇਵ ਜੀ ਉਹਦੀ ਗੱਲ ਕਰ ਰਹੇ ਵੀ ਕਰਮੀ ਨੂੰ ਬਖਸ਼ਿਸ਼, ਕਰਮੀ ਆਵੇ ਕੱਪੜਾ। ਜਿਹੜਾ ਬਖਸ਼ਿਸ਼ ਰੂਪੀ ਕੱਪੜਾ ਉਦੋਂ ਮਿਲੇਗਾ ਜਦੋਂ ਇਹ ਸਚਿਆਰ ਬਣਨ ਵਾਸਤੇ ਉਸ ਪੌੜੀ ਦੇ ਉੱਤੇ ਆਪਣੇ ਆਪ ਨੂੰ ਤੋਰਨ ਦਾ ਯਤਨ ਕਰੇਗਾ ਤੇ ਸਚਿਆਰ ਦਾ ਰੂਪ ਬਣ ਜਾਏਗਾ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਦੋਂ ਇਹ ਜੀਵ ਉਹਦੀ ਬਖਸ਼ਿਸ਼ ਦਾ ਕੱਪੜਾ ਇਹਨੇ ਪ੍ਰਾਪਤ ਕਰ ਲਿਆ, ਕਿਉਂਕਿ ਯਾਦ ਰੱਖਣਾ ਕੱਪੜਾ ਹਮੇਸ਼ਾ ਤਨ ਕੱਜਦਾ ਸਾਡਾ। ਜਦੋਂ ਅਸੀਂ ਕੱਪੜਾ ਪਾਉਂਦੇ ਹਾਂ, ਕੱਪੜਾ ਸਾਡਾ ਤਨ ਕੱਜਦਾ ਹੈ, ਪਰ ਜਿਹੜਾ ਬਖਸ਼ਿਸ਼ ਰੂਪੀ ਕੱਪੜਾ ਹੈ ਇਹ ਸਾਡੇ ਅੰਦਰ ਦਾ ਕਿਰਦਾਰ ਸਿਰਜਦਾ ਹੈ, ਸਾਡੇ ਅੰਦਰ ਨੂੰ ਕੱਜਦਾ ਹੈ। ਉਹ ਕਿੱਦਾਂ ਕੱਜਦਾ? ਜਿਵੇਂ ਬਾਬੇ ਫਰੀਦ ਜੀ ਨੇ ਗੱਲ ਕੀਤੀ ਵੀ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵਈ ਕੰਤ। ਉਸੇ ਜਵਾਬ ਦਿੱਤਾ ਵੀ ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵਈ ਕੰਤ। ਇਹ ਉਹ ਕੱਪੜਾ ਹੈ, ਇਹ ਉਹ ਸ਼ਿੰਗਾਰ ਹੈ ਜਿਹਨੇ ਸਾਡੇ ਅੰਦਰ ਨੂੰ ਕੱਜਣਾ ਹੈ, ਜਿਹਨੇ ਸਾਡੇ ਅੰਦਰ ਨੂੰ ਖੂਬਸੂਰਤ ਬਣਾਉਣਾ ਹੈ। ਕਿਉਂਕਿ ਜਿਹੜੀ ਬਿਊਟੀ ਹੈ, ਜਿਹੜੀ ਸੁੰਦਰਤਾ ਉਹ ਬੰਦੇ ਦੇ ਅੰਦਰ ਦੀ ਹੈ। ਤਨ ਦੀ ਸੁੰਦਰਤਾ ਵਕਤੀ ਪ੍ਰਭਾਵ ਪਾ ਸਕਦੀ ਹੈ। ਤਨ ਦੀ ਸੁੰਦਰਤਾ ਥੋੜ੍ਹੇ ਸਮੇਂ ਵਾਸਤੇ ਬੰਦੇ ਨੂੰ ਆਕਰਸ਼ਿਤ ਕਰ ਸਕਦੀ ਹੈ, ਖਿੱਚ ਦਾ ਕੇਂਦਰ ਬਣ ਸਕਦੀ ਹੈ, ਪਰ ਸਦਾ ਬਹਾਰ ਸਦਾ ਰਹਿਣ ਵਾਲੀ ਜਿਹੜੀ ਸੁੰਦਰਤਾ ਹੈ ਉਹ ਮਨ ਦੀ ਸੁੰਦਰਤਾ ਹੈ। ਮਨ ਖੂਬਸੂਰਤ ਹੋਣਗੇ, ਵਿਚਾਰ ਖੂਬਸੂਰਤ ਹੋਣਗੇ। ਸਮਾਜ ਵਿੱਚ ਕਦੇ ਵੇਖਣਾ ਜਦੋਂ ਅਸੀਂ ਕਿਸੇ ਬੰਦੇ ਦੀ ਵਡਿਆਈ ਕਰਦੇ ਹਾਂ, ਤਾਰੀਫ ਕਰਦੇ ਹਾਂ, ਤਾਂ ਇਹ ਨਹੀਂ ਕਹਿੰਦੇ ਉਹਦਾ ਨੱਕ ਬੜਾ ਸੋਹਣਾ, ਉਹਦੀਆਂ ਅੱਖਾਂ ਬੜੀਆਂ ਸੋਹਣੀਆਂ। ਇਹ ਵਕਤੀ ਤੇ ਕਹਿ ਸਕਦੇ ਹਾਂ ਵੀ ਉਹਦੇ ਨੈਣ ਨਕਸ਼ ਬੜੇ ਵਧੀਆ ਨੇ, ਪਰ ਜੇ ਤੁਸੀਂ ਲੰਬਾ ਟਾਈਮ ਉਹਦੇ 'ਤੇ ਕੋਈ ਚਰਚਾ ਕਰਨੀ ਹੋਵੇ ਤਾਂ ਕਿਹਾ ਜਾਏਗਾ ਬਹੁਤ ਸੁਭਾਅ ਦਾ ਨਿੱਘਾ ਇਨਸਾਨ ਹੈ, ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰਦਾ ਹੈ, ਇਹਦਾ ਕਿਰਦਾਰ ਬੜਾ ਵਧੀਆ ਹੈ, ਇਹਦਾ ਕਰੈਕਟਰ ਬੜਾ ਵਧੀਆ ਹੈ, ਭਾਈ ਬੇਈਮਾਨੀ ਨਹੀਂ ਕਰਦਾ। ਇਹ ਸਭ ਗੱਲਾਂ ਉਹਦੇ ਆਚਰਣ ਦੇ ਨਾਲ ਜੁੜੀਆਂ ਹੋਈਆਂ ਨੇ, ਸੁਭਾਅ ਨਾਲ ਜੁੜੀਆਂ ਹੋਈਆਂ ਨੇ। ਜਦੋਂ ਸੁਭਾਅ ਚੰਗਾ ਹੋਵੇ, ਆਚਰਣ ਚੰਗਾ ਹੋਵੇ, ਤੇ ਸਰੀਰ ਮਾੜਾ ਮੋਟ ਬੇਢੰਗਾ ਵੀ ਹੋਵੇ, ਰੰਗ ਸਾਂਵਲਾ ਵੀ ਹੋਵੇ, ਉਹਨਾਂ ਚੀਜ਼ਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਤੋ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਦੋਂ ਇਹ ਜੀਵ ਉਹਦੀ ਨਦਰ ਦਾ ਪਾਤਰ ਬਣ ਗਿਆ, ਮੋਖ ਦੁਆਰ ਦਾ ਅਰਥ ਹੈ ਫਿਰ ਇਹਦਾ ਰਸਤਾ ਸਾਫ਼ ਹੋ ਜਾਏਗਾ। ਮੋਖ ਮੁਕਤੀ, ਕਿਤੋਂ ਮੁਕਤੀ? ਪੰਜਾਂ ਵਿਕਾਰਾਂ ਤੋਂ। ਜਿਹੜੇ ਪੰਜ ਵਿਕਾਰ ਸਚਿਆਰਾ ਬਣਨ ਵਿੱਚ ਸਭ ਤੋਂ ਵੱਡੀ ਰੁਕਾਵਟ ਖੜੀ ਕਰਕੇ ਬੈਠੇ ਸਨ, ਉਹ ਰਸਤਾ ਹੁਣ ਸਾਫ਼ ਹੋ ਗਿਆ। ਕਿਉਂਕਿ ਯਾਦ ਰੱਖਣਾ, ਜਿਹੜੀ ਮੁਕਤੀ ਦੀ ਜਦੋਂ ਪਰਿਭਾਸ਼ਾ ਆਏਗੀ, ਭਾਵੇਂ ਸੰਸਾਰ ਦੇ ਮਤਾਂ ਦੀ ਮੁਕਤੀ ਦੇ ਪ੍ਰਤੀ ਵੱਖਰੀ ਵੱਖਰੀ ਵਿਚਾਰ ਹੈ, ਕੋਈ ਮਰਨ ਤੋਂ ਬਾਅਦ ਮੁਕਤੀ ਲੱਭਦਾ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਮੁਕਤੀ ਦੀ ਗੱਲ ਕਹੀ, ਉੱਥੇ ਕਿਹਾ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ। ਉਹ ਪੰਜ ਵਿਕਾਰ ਬੰਧਨ ਨੇ ਜਿਨ੍ਹਾਂ ਨਾਲ ਇਹ ਜੀਵ ਬੱਝਾ ਪਿਆ ਹੈ। ਤੇ ਫਿਰ ਇਹਨੂੰ ਮੁਕਤੀ ਕਿੱਥੋਂ ਮਿਲੇਗੀ? ਜਦੋਂ ਇਹ ਇਹਨਾਂ ਪੰਜਾਂ ਵਿਕਾਰਾਂ ਤੋਂ ਆਪਣਾ ਖਹਿੜਾ ਛਡਾ ਲਵੇਗਾ। ਇਹ ਪੰਜ ਵਿਕਾਰ ਇਹਨੂੰ ਆਪਣੀ ਉਂਗਲਾਂ ਤੇ, ਫਿਰ ਉਹ ਨਦਰੀ ਮੋਖ ਦੁਆਰ ਬਖਸ਼ਿਸ਼ ਦਾ ਕੱਪੜਾ ਉਦੋਂ ਮਿਲੇਗਾ ਜਦੋਂ ਇਹ ਸਚਿਆਰੇ ਬਣਨ ਵਾਸਤੇ ਆਪਣੇ ਆਪ ਨੂੰ ਤੋਰੇਗਾ, ਸਚਿਆਰੇ ਦਾ ਰੂਪ ਬਣੇਗਾ, ਫਿਰ ਇਹਨੂੰ ਬਖਸ਼ਿਸ਼ ਦਾ ਕੱਪੜਾ ਮਿਲੇਗਾ। ਆਮ ਸਾਡੇ ਸਮਾਜ 'ਚ ਇੱਕ ਬੋਲੀ ਕਹੀ ਜਾਂਦੀ ਹੈ, ਵੇਖੋ ਜੀ ਮਾਲਕ ਦੀ ਬਖਸ਼ਿਸ਼ ਹੋਏਗੀ ਤੇ ਮੈਂ ਆਹ ਕੰਮ ਕਰਾਂਗਾ। ਬਖਸ਼ਿਸ਼ ਹੈ, ਬਖਸ਼ਿਸ਼ ਆਪਣੀ ਜ਼ਿੰਦਗੀ ਵਿੱਚ ਮੇਰੇ ਹਰ ਵਕਤ ਤੇ ਹਰ ਟਾਈਮ, ਜਦੋਂ ਅਸੀਂ ਇਸ ਬੰਨੇ ਹੁਣ ਬਖਸ਼ਿਸ਼ ਦਾ ਕੱਪੜਾ ਉਦੋਂ ਮਿਲਿਆ ਜਦੋਂ ਉਹਨੇ ਉਹ ਕੰਮ ਕਰ ਲਿਆ। ਇਹ ਨਹੀਂ ਕਿਹਾ ਵੀ ਬਖਸ਼ਿਸ਼ ਹੋਏਗੀ ਤੇ ਇਹ ਕੰਮ ਕਰਾਂਗਾ। ਸਕੂਲ 'ਚੋਂ ਵੀ ਸਰਟੀਫਿਕੇਟ ਉਦੋਂ ਮਿਲਦਾ ਹੈ, ਪ੍ਰਮਾਣ ਪੱਤਰ ਉਦੋਂ ਮਿਲਦਾ ਹੈ ਜਦੋਂ ਉਹ ਵਿਦਿਆਰਥੀ ਅਵਲ ਲਾਉਂਦਾ ਹੈ, ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ। ਇਹ ਨਹੀਂ ਆਪਾਂ ਕਹਿੰਦੇ ਸਰਟੀਫਿਕੇਟ ਮਿਲੇਗਾ ਤਾਂ ਮੈਂ ਪੜ੍ਹਨ ਜਾਵਾਂਗਾ। ਜਿਵੇਂ ਹੌਸਪੀਟਲ 'ਚ ਡਾਕਟਰ ਕੋਲੋਂ ਇਲਾਜ ਕਰਨ ਜਾਈਦਾ ਤੇ ਫੇਰ ਠੀਕ ਹੋਈਦਾ, ਇਹ ਨਹੀਂ ਕਹੀਦਾ ਮੈਂ ਠੀਕ ਹੋਵਾਂਗਾ ਫੇਰ ਹੌਸਪੀਟਲ ਜਾਵਾਂਗਾ। ਸੇਮ ਇਸੇ ਸਾਡੇ ਸਮਾਜ ਵਿੱਚ ਸਭ ਤੋਂ ਵੱਡਾ ਬਹਾਨਾ ਇੱਕ ਇਹ ਹੈ, ਜਦੋਂ ਰੱਬ ਦੀ ਬਖਸ਼ਿਸ਼ ਹੋਏਗੀ, ਕਿਸੇ ਨੂੰ ਕਹਿ ਕੇ ਵੇਖ ਲਓ ਨਸ਼ਾ ਛੱਡ ਦੇ ਭਾਈ, ਚੰਗੇ ਕੰਮ ਕਰਿਆ ਕਰ, ਬਾਣੀ ਦੀ ਵਿਚਾਰ ਵਾਲੇ ਬੰਨੇ ਤੁਰ, ਉਹ ਜਦੋਂ ਭਾਈ ਰੱਬ ਨੇ ਬਖਸ਼ਿਸ਼ ਕਰਨੀ ਹੈ ਉਦੋਂ ਮੈਂ ਤੁਰ ਪਵਾਂਗਾ। ਉਹ ਭਲਿਆ ਇਹ ਤਾਂ ਸੇਮ ਉੱਦਾਂ ਗੱਲ ਹੈ ਜਿਵੇਂ ਕਿਸਾਨ ਦੀ ਜ਼ਮੀਨ ਖਾਲੀ ਪਈ ਹੈ, ਉਹਨੂੰ ਪੁੱਛੋ ਭਾਈ ਕੀ ਹੈ, ਕਹਿੰਦਾ ਜਦੋਂ ਰੱਬ ਦੀ ਬਖਸ਼ਿਸ਼ ਹੋਏਗੀ ਤੇ ਫਸਲ ਘਰ ਆ ਜਾਏਗੀ। ਭਾਈ ਫਸਲ ਬੀਜੇਗਾ, ਉਹਨੂੰ ਪਾਣੀ ਦੇਵੇਂਗਾ, ਖਾਦ ਦੇਵੇਂਗਾ, ਧਿਆਨ ਰੱਖੇਗਾ ਤਾਂ ਤੇਰੇ ਘਰ 4 ਮਣ ਦਾਣੇ ਆਉਣਗੇ। ਇੱਥੇ ਵੀ ਗੁਰਦੇਵ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ ਵੀ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਤੇਰਾ ਉਹ ਰਸਤਾ ਸਾਫ਼ ਹੋ ਜਾਏਗਾ ਜਿਸ ਰਸਤੇ ਦੇ ਵਿੱਚ ਗੰਦਗੀ ਫੈਲੀ ਹੋਈ ਹੈ, ਭਾਵ ਤੂੰ ਮੋਖ ਨੂੰ ਪ੍ਰਾਪਤ ਕਰ ਲਵੇਂਗਾ। ਨਾਨਕ ਐਵੇਂ ਜਾਣੀਏ, ਹੇ ਨਾਨਕ ਇਸ ਰਸਤੇ ਤੇ ਤੁਰਿਆ ਤੈਨੂੰ ਇਸ ਗੱਲ ਦੀ ਸਮਝ ਲੱਗ ਜਾਏਗੀ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ।
ਸਭ ਆਪੇ ਸਚਿਆਰ ਦਾ ਅਰਥ ਆ ਫਿਰ ਤੈਨੂੰ ਹਰ ਥਾਂ ਤੇ ਉਸ ਸਚਿਆਰ ਦੀ ਹੋਂਦ ਮਹਿਸੂਸ ਹੋਣ ਲੱਗ ਪਵੇਗੀ ਤੇ ਤੇਰਾ ਜੀਵਨ ਵੀ ਸਚਿਆਰਾ ਬਣ ਜਾਏਗਾ। ਜਿਹੜਾ ਸਵਾਲ ਜਪ ਬਾਣੀ ਦੀ ਪਹਿਲੀ ਪੌੜੀ ਵਿੱਚ ਗੁਰਦੇਵ ਜੀ ਨੇ ਪੈਦਾ ਕੀਤਾ ਸੀ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੇ ਟੁੱਟੇ ਪਲ, ਉਹਦਾ ਹੀ ਜਵਾਬ ਗੁਰਦੇਵ ਜੀ ਇੱਥੇ ਦੇ ਰਹੇ ਨੇ ਕਿ ਨਾਨਕ ਇਵੇਂ ਜਾਣੀਏ, ਹੇ ਨਾਨਕ ਇੱਦਾਂ ਸਮਝ ਆਏਗੀ ਵੀ ਸਭ ਆਪੇ ਸਚਿਆਰ। ਉੱਥੇ ਵੀ ਸਚਿਆਰ ਦੀ ਗੱਲ, ਇੱਥੇ ਵੀ ਸਚਿਆਰ। ਵੈਸੇ ਤਾਂ ਇਹ ਮੈਂ ਗੱਲ ਪਹਿਲਾਂ ਵੀ ਕਹਿ ਚੁੱਕਾ, ਬਾਰ-ਬਾਰ ਦੁਹਰਾ ਰਿਹਾ ਕਿ ਇਹੋ ਹੀ ਜਿਹੜੀਆਂ ਦੋ ਪੰਕਤੀਆਂ ਨੇ ਇਹਦੇ ਬੰਨੇ ਬੰਨੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਘੁੰਮ ਰਿਹਾ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜੀਵ ਸੱਚਾ ਕਿਵੇਂ ਬਣੇ, ਸੱਚ ਦਾ ਰੂਪ ਕਿਵੇਂ ਬਣੇ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਸ਼ਬਦ, ਬਾਣੀ ਇਸੇ ਦੇ ਉੱਤੇ ਬਾਰ-ਬਾਰ ਮੋਹਰ ਲਾ ਰਹੀ ਨੇ ਕਿ ਇਹ ਜੀਵ ਸਚਿਆਰਾ ਕਿਵੇਂ ਬਣੇ। ਇਹ ਜੀਵ ਆਪਣੀ ਜ਼ਿੰਦਗੀ ਵਿੱਚ ਬੁਰੇ ਖਿਆਲ, ਬੁਰੀਆਂ ਵਿਚਾਰਾਂ ਤੋਂ ਕਿਨਾਰਾ ਕਿਵੇਂ ਕਰੇ। ਤੇ ਗੁਰਦੇਵ ਜੀ ਇੱਥੇ ਸਮਝਾ ਰਹੇ ਨੇ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਏ, ਹੇ ਨਾਨਕ ਇੱਦਾਂ ਇਸ ਗੱਲ ਦੀ ਸਮਝ ਲੱਗੇਗੀ ਕਿ ਸਭ ਆਪੇ ਸਚਿਆਰ। ਹਰ ਥਾਂ ਤੇ ਉਸ ਸੱਚੇ ਦੀ ਹੋਂਦ ਨੂੰ ਸਵੀਕਾਰ ਕਰਕੇ ਇਹ ਜੀਵ ਵੀ ਸੱਚੇ ਦਾ ਰੂਪ ਬਣ ਜਾਏਗਾ। ਜਿਹੜੀ ਗੱਲ ਕਹੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਉਹ ਮੂਲ ਦੀ ਪਹਿਚਾਣ ਕਰਕੇ ਸਚਿਆਰੇ ਦੀ ਪੌੜੀ ਚੜ੍ਹਦਿਆਂ ਚੜ੍ਹਦਿਆਂ ਇੱਕ ਦਿਨ ਸੱਚੇ ਦਾ ਰੂਪ ਹੋ ਜਾਏਗਾ। ਜਦੋਂ ਇਹ ਜੀਵ ਇਸ ਬੰਨੇ ਆਪਣੀ ਯਾਤਰਾ ਆਰੰਭ ਕਰੇਗਾ, ਜਦੋਂ ਇਸ ਬੰਨੇ ਤੁਰੇਗਾ, ਫਿਰ ਗੁਰੂਦੇਵ ਜੀ ਇਸੇ ਜਪ ਬਾਣੀ ਦੀ ਪਹਿਲੀ ਪੌੜੀ ਵਿੱਚ ਇੱਥੋਂ ਵਿਚਾਰ ਅੱਗੇ ਤੋਰਦੇ ਨੇ। ਫਿਰ ਉਹਨੂੰ ਫਿਰ ਇੱਦਾਂ ਮਹਿਸੂਸ ਹੋਏਗਾ ਵੀ ਸਾਚਾ ਸਾਹਿਬ, ਉਹ ਸਾਹਿਬ ਆਪ ਸੱਚਾ ਹੈ। ਉਹਦੇ ਨਾਲ ਜੁੜਨ ਕਰਕੇ ਹੁਣ ਮੇਰਾ ਵੀ ਜੀਵਨ ਸੱਚਾ ਹੋ ਗਿਆ। ਸਾਚਾ ਸਾਹਿਬ ਸਾਚ ਨਾਏ, ਕਹਿਣ ਲੱਗੇ ਕਮਾਲ ਦੀ ਗੱਲ ਵੇਖੋ, ਜਿੱਥੇ ਉਹ ਆਪ ਸੱਚਾ ਹੈ ਨਾ, ਉਹਦਾ ਨਿਆਮ ਵੀ ਸੱਚਾ ਹੈ। ਫਿਰ ਉਹ ਜੀਵ ਉਲਾਮੇ ਕਦੀ ਨਹੀਂ ਦਿੰਦਾ। ਜਿਹੜਾ ਸਚਿਆਰੇ ਦੀ ਪੌੜੀ ਚੜ੍ਹ ਜਾਂਦਾ ਨਾ ਤੇ ਸਚਿਆਰ ਦਾ ਰੂਪ ਬਣ ਜਾਂਦਾ, ਉਹ ਕਦੀ ਸਮਾਜ ਵਿੱਚ, ਹੁਣ ਤੁਸੀਂ ਵੇਖੋ, ਹਮੇਸ਼ਾ ਸੰਸਾਰ ਦਾ ਜੀਵ ਜਿਹੜਾ ਸੰਸਾਰ ਦਾ ਪ੍ਰਭਾਵ ਲੈ ਕੇ ਜ਼ਿੰਦਗੀ ਜਿਉਣ ਵਾਲਾ ਵਿਅਕਤੀ ਹੈ, ਜਦੋਂ ਵੀ ਕੋਈ ਦੁਨੀਆ ਤੇ ਘਟਨਾ ਵਾਪਰਦੀ ਹੈ ਇੱਕਦਮ ਉਲਾਮੇ ਦੇਣ ਲੱਗ ਪੈਂਦਾ। ਹਾਏ ਰੱਬ ਨੇ ਲੋੜਾ ਮਾਰ ਦਿੱਤਾ, ਹਾਏ ਰੱਬ ਨੇ ਧੱਕਾ ਦਿੱਤਾ, ਹਾਏ ਰੱਬ ਨੇ ਜ਼ੁਲਮ ਕਮਾਤਾ। ਇੱਦਾਂ ਦੇ ਸ਼ਬਦ ਸਾਡੀ ਭਾਸ਼ਾ ਦਾ ਹਿੱਸਾ ਬਣ ਚੁੱਕੇ ਨੇ। ਅਸੀਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਇੱਦਾਂ ਦੇ ਭਾਸ਼ਾ ਬੋਲ ਦਿੰਦੇ ਹਾਂ। ਪਰ ਇੱਥੇ ਗੁਰਦੇਵ ਜੀ ਕਹਿੰਦੇ ਜਿਹੜਾ ਸਚਿਆਰ ਦਾ ਰੂਪ ਬਣ ਗਿਆ, ਉਹ ਫਿਰ ਇੱਦਾਂ ਕਹਿੰਦਾ ਹੈ ਵੀ ਸਾਚਾ ਸਾਹਿਬ, ਉਹ ਸਾਹਿਬ ਸੱਚਾ ਹੈ ਭਾਈ, ਤੇ ਸਾਚ ਨਾਏ। ਨਾਏ ਦਾ ਅਰਥ ਹੈ ਨਿਆਂ। ਨਿਆਂ ਮੀਨਿੰਗ ਇਨਸਾਫ। ਜੇ ਉਹ ਆਪ ਸੱਚਾ ਤੇ ਉਹਦਾ ਨਿਆਂ ਵੀ ਸੱਚਾ ਹੈ। ਸੰਸਾਰ ਦੀਆਂ ਅਦਾਲਤਾਂ ਦਾ ਨਿਆਂ ਖਰੀਦਿਆ ਜਾ ਸਕਦਾ, ਇਨਸਾਫ ਖਰੀਦਿਆ ਜਾ ਸਕਦਾ। ਪੈਸੇ ਦੇ ਕੇ ਕੋਈ ਪੈਸੇ ਦੇ ਬਲ ਬੂਤੇ ਤੇ ਆਪਣੇ ਹੱਕ ਵਿੱਚ ਕੇਸ ਭੁਗਤਾ ਸਕਦਾ ਹੈ, ਜੱਜ ਵਕੀਲ ਖਰੀਦ ਸਕਦਾ ਹੈ। ਪਰ ਮਹਾਰਾਜ ਇੱਥੇ ਕਹਿੰਦੇ ਨੇ ਜਿਹੜਾ ਸਚਿਆਰ ਦਾ ਰੂਪ ਬਣ ਗਿਆ, ਉਹ ਕਹਿੰਦਾ ਨਾ ਭਾਈ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਜੇ ਉਹ ਆਪ ਸੱਚਾ, ਉਹਦਾ ਨਿਆਂ ਵੀ ਸੱਚਾ ਹੈ। ਇੱਥੇ ਤੇ ਕਿਸੇ ਦੇ ਇੱਕ ਤੋਂ ਬਾਅਦ ਦੂਜੀ ਲੜਕੀ ਹੋ ਜਾਏ, ਕਹਿੰਦਾ ਰੱਬ ਨੇ ਧੱਕਾ ਮਾਰਿਆ ਭਾਈ, ਰੱਬ ਤੇ ਜ਼ੁਲਮ ਕਰਦਾ, ਰੱਬ ਪਤਾ ਨਹੀਂ ਸਾਡੇ ਵੇਲੇ ਦਰਵਾਜ਼ੇ ਕੋ ਬੰਦ ਕਰ ਲੈਂਦਾ ਹੈ। ਵੇਖਿਆ ਆਮ ਰੋਜ਼ਮਰਰਾ ਦੀ ਜ਼ਿੰਦਗੀ 'ਚ ਇੱਦਾਂ ਦੇ ਸ਼ਬਦ ਬੋਲੇ ਜਾਂਦੇ ਨੇ। ਜਿਹਦੇ ਘਰ 2 ਲੜਕੇ ਹੋ ਜਾਣ, 3 ਲੜਕੇ ਹੋ ਜਾਣ, ਉਹ ਕਹਿੰਦਾ ਮੇਰੇ ਤੇ ਰੱਬ ਦੀ ਬਖਸ਼ਿਸ਼ ਜ਼ਿਆਦਾ। ਜਿਹਦੇ ਘਰ 2 ਲੜਕੀਆਂ ਹੋ ਜਾਣ, ਉਹਨੂੰ ਕਈ ਵਾਰੀ ਸਾਰਿਆਂ ਤੇ ਗੱਲ ਟੁੱਕਦੀ ਨਹੀਂ, ਪਰ ਬਹੁਤ ਵਾਰੀ ਉਹਨਾਂ ਨੂੰ ਇਹ ਕਿਹਾ ਜਾਂਦਾ ਬੜੀ ਰੱਬ ਦੀ ਬਖਸ਼। ਤੁਸੀਂ ਸਮਾਜ ਵਿੱਚ ਵੇਖਿਓ, ਪੁੱਤਰਾਂ ਨੂੰ ਰੱਬ ਦੀ ਦਾਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਤੇ ਧੀਆਂ ਦੇ ਜਨਮ ਨੂੰ ਸਿਰਫ ਪ੍ਰਵਾਨ ਕੀਤਾ ਜਾ ਰਿਹਾ ਹੈ। ਦਾਤ ਤਾਂ ਟਾਵਾਂ ਪਰਿਵਾਰ ਕੋ ਕਹਿੰਦਾ। ਵੇਖੋ ਰੱਬ ਨੇ ਇਹ ਵੀ ਸਾਨੂੰ ਦਾਤ ਬਖਸ਼ਿਸ਼ ਕੀ। ਉਹ ਵੱਖਰੀ ਗੱਲ ਹੈ, ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਨੇ ਪੱਧਰ ਥੋੜ੍ਹਾ ਜਿਹਾ ਉੱਚਾ ਚੁੱਕਿਆ ਤੇ ਸਾਡੀ ਸੋਚ ਆਪਣੀਆਂ ਧੀਆਂ ਪ੍ਰਤੀ ਬਦਲੀ ਹੈ। ਨਹੀਂ ਤੇ ਪੁੱਤਰਾਂ ਨੂੰ ਹਮੇਸ਼ਾ ਚੰਗਾ ਤੇ ਧੀਆਂ ਨੂੰ ਹਮੇਸ਼ਾ ਮਾੜਾ ਗਿਣਿਆ ਗਿਆ ਹੈ। ਤਾਂ ਪਾਤਸ਼ਾਹ ਇੱਥੇ ਕਹਿੰਦੇ ਨੇ ਉਹਨੂੰ ਫਿਰ ਸਮਝ ਆ ਜਾਂਦੀ, ਉਹ ਹਰ ਚੀਜ਼ ਵਿੱਚੋਂ ਉਹਦਾ ਸ਼ੁਕਰਾਨਾ ਕਰਦਾ ਵੀ ਸਾਚਾ ਸਾਹਿਬ, ਉਹ ਸਾਹਿਬ ਜਿੱਥੇ ਆਪ ਸੱਚਾ ਹੈ ਤੇ ਸਾਚ ਨਾਏ, ਉਹਦਾ ਨਿਆਂ ਵੀ ਸੱਚਾ ਹੈ। ਉਹ ਧੱਕਾ ਨਹੀਂ ਕਰਦਾ, ਉਹ ਕਿਸੇ ਦੇ ਉੱਤੇ ਕਹਿਰ ਨਹੀਂ ਕਮਾਉਂਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਉਹ ਜਦੋਂ ਹੈ ਹੀ ਨਿਰਵੈਰ ਹੈ, ਧੱਕਾ ਕਿਵੇਂ ਕਰੇਗਾ। ਸਾਚਾ ਸਾਹਿਬ ਸਾਚ ਨਾਏ ਤੇ ਭਾਖਿਆ। ਭਾਖਿਆ ਮੀਨਿੰਗ ਹੁੰਦਾ ਬੋਲੀ, ਉਹਦੀ ਬੋਲੀ ਬੜੀ ਕਮਾਲ ਦੀ ਹੈ। ਭਾਓ ਮੀਨਿੰਗ ਪਿਆਰ, ਭਾਖਿਆ ਭਾਓ ਅਪਾਰ। ਜਿੱਥੇ ਉਸ ਮਾਲਕ ਦੀ ਬੋਲੀ ਪਿਆਰ ਵਾਲੀ ਹੈ, ਤੇ ਜਦੋਂ ਇਹ ਗੁਣ ਸਾਡੀ ਜ਼ਿੰਦਗੀ 'ਚ ਆਉਣਗੇ ਤੇ ਸਾਡੀ ਵੀ ਬੋਲੀ ਫਿਰ ਪਿਆਰ ਵਾਲੀ ਹੋਏਗੀ। ਯਾਦ ਰੱਖਣਾ ਪਿਆਰਿਓ, ਪਿਆਰ ਇੱਕ ਐਸੀ ਦਾਤ ਹੈ, ਪਿਆਰ ਦੇ ਵਿੱਚ ਬੰਦਾ ਧੱਕਾ, ਬੇਈਮਾਨੀ, ਜ਼ੁਲਮ ਨਹੀਂ ਕਰਦਾ। ਪਿਆਰ ਵਿੱਚ ਬੰਦੇ ਨੂੰ ਸਾਰੇ ਇੱਕੋ ਜਿਹੇ ਦਿਸਦੇ ਨੇ ਤੇ ਮੋਹ ਵਿੱਚ ਬੰਦਾ ਦੀਵਾਰ ਖੜੀ ਕਰਦਾ। ਤੁਸੀਂ ਕਦੀ ਵੇਖਿਓ, ਪਰਿਵਾਰਾਂ ਵਿੱਚ ਵੀ ਆਮ ਇਹ ਚੀਜ਼ ਵੇਖਣ 'ਚ ਆਉਂਦੀ ਹੈ ਕਿ ਜਦੋਂ ਵਿਅਕਤੀ ਮੋਹ ਦੀ ਸੋਚ ਵਿੱਚ ਬੈਠਾ ਹੁੰਦਾ ਹੈ, ਮੋਹ ਦੀਆਂ ਤੰਦਾਂ ਵਿੱਚ ਫਸਿਆ ਹੁੰਦਾ ਹੈ, ਤੇ ਹਮੇਸ਼ਾ ਸੰਸਾਰ ਦੇ ਅੰਦਰ ਵਿਅਕਤੀ
ਆਪਣੇ ਬੱਚਿਆਂ ਪ੍ਰਤੀ, ਆਪਣੇ ਭੈਣਾਂ ਭਰਾਵਾਂ ਪ੍ਰਤੀ, ਦੂਜਿਆਂ ਪ੍ਰਤੀ ਸੋਚ ਵੱਖਰੀ ਤੇ ਪਰਿਵਾਰ ਪ੍ਰਤੀ ਸੋਚ ਵੱਖਰੀ ਰੱਖਦਾ ਹੈ। ਧੱਕਾ, ਬੇਈਮਾਨੀ, ਜ਼ੁਲਮ ਆਮ ਸਮਾਜ ਵਿੱਚ ਕਰਦਾ ਹੈ। ਆਪਾਂ ਰੋਜ਼ ਸੋਦਰ ਦੀ ਬਾਣੀ ਵਿੱਚ ਪੜ੍ਹਦੇ ਹਾਂ, ਤਿਤ ਸਰਵਰ ਡੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ। ਮੋਹ ਇੱਕ ਚੱਕੜ ਹੈ ਜਿਹੜਾ ਬੰਦੇ ਨੂੰ ਕਦਮ ਨਹੀਂ ਪੁੱਟਣ ਦਿੰਦਾ। ਇਸ ਮੋਹ ਦੇ ਚੱਕੜ ਨੇ ਪੂਰਾਂ ਦੇ ਪੂਰ ਡੋਬ ਕੇ ਰੱਖ ਦਿੱਤੇ। ਹਮ ਦੇਖਾ, ਮਾਰੇ ਕਹਿੰਦੇ ਹਮ ਦੇਖਾ ਤਾਂ ਡੂਬੀਏ ਲੈ। ਮੈਂ ਅੱਖਾਂ ਨਾਲ ਵੇਖਿਆ, ਪੂਰਾਂ ਦੇ ਪੂਰ ਇਸ ਮੋਹ ਦੀ ਦਲਦਲ ਵਿੱਚ ਡੁੱਬ ਗਏ। ਪਿਆਰ ਵਿੱਚ ਬੰਦਾ ਇੱਕੋ ਜਿਹਾ ਪ੍ਰਭਾਵ ਰੱਖਦਾ, ਇੱਕੋ ਦੀ ਸੋਚ ਰੱਖਦਾ। ਤੇ ਵੈਸੇ ਇੱਕ ਬੇਨਤੀ ਕਰਾਂ, ਬੰਦੇ ਦੇ ਜੀਵਨ 'ਚੋਂ ਪਿਆਰ ਕੱਢ ਦਿਓ ਨਾ, ਤੇ ਗੁਰਦੇਵ ਦਾ ਬਹੁਤ ਪਿਆਰਾ ਵਾਕ ਹੈ, ਬੰਦੇ ਦੀ ਸੁਰਤ ਵਿੱਚੋਂ ਪਿਆਰ ਕੱਢ ਦਿਓ, ਬੰਦੇ ਦੇ ਸਰੀਰ ਵਿੱਚੋਂ ਪਿਆਰ ਮਨਫੀ ਕਰ ਦਿਓ, ਤੇ ਬੰਦੇ ਦਾ ਸਰੀਰ ਪਤਾ ਕਿਹੋ ਜਿਹਾ ਬਣ ਜਾਂਦਾ? ਉਸ ਘਰ ਵਰਗਾ ਜਿਸ ਘਰ ਵਿੱਚ ਸਮਾਨ ਸਾਰਾ ਹੀ ਪਿਆ ਵਾ। ਫਰਿੱਜਾਂ ਫਰੂਟ ਜੂਸ ਪਕਵਾਨ ਨਾਲ ਭਰੀਆਂ ਪਈਆਂ ਨੇ, ਘਰ ਵਿੱਚ ਸਾਰਾ ਸਮਾਨ ਹੈ, ਪਰ ਘਰ 'ਚ ਲੋਕ ਲੱਗਾ। ਬਾਹਰੋਂ ਆਇਆ ਮਹਿਮਾਨ ਜਿੱਦਾਂ ਦਾ ਆਇਆ ਉੱਦਾਂ ਦਾ ਖਾਲੀ ਚਲੇ ਗਿਆ। ਉਹਨੂੰ ਕੋਈ ਜੀ ਆਇਆ ਆਖਣ ਵਾਲਾ ਵੀ ਨਹੀਂ ਸੀ। ਜਿੰਨੀ ਨਾ ਪਾਇਓ ਪ੍ਰੇਮ ਰਸ, ਜਿਨ੍ਹਾਂ ਦੀ ਜ਼ਿੰਦਗੀ 'ਚ ਪ੍ਰੇਮ ਦਾ ਰਸ ਹੈ ਨਹੀਂ, ਕੰਤ ਨਾ ਪਾਇਓ ਸਾਓ। ਜਿਨ੍ਹਾਂ ਦੀ ਜ਼ਿੰਦਗੀ 'ਚ ਕੰਤ ਦਾ ਸਵਾਦ ਨਹੀਂ, ਸੱਚ ਦਾ ਰਸ ਨਹੀਂ ਜਿਹਨੇ ਚਖਿਆ। ਸੁੰਨੇ ਘਰ ਕਾ ਪਾਹੁਣਾ, ਉਸ ਬੰਦੇ ਦਾ ਸਰੀਰ ਸੁੰਨੇ ਘਰ ਵਰਗਾ ਹੈ। ਸੁੰਨੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਓ। ਹੁਣ ਐਸਾ ਨਹੀਂ ਵੀ ਉਸ ਘਰ ਵਿੱਚ ਚੀਜ਼ ਕੋਈ ਨਹੀਂ ਸੀ ਹੈਗੀ। ਉਸ ਘਰ ਵਿੱਚ ਫਰਿੱਜਾਂ 'ਚ ਸਮਾਨ ਪਿਆ ਸੀ, ਹਰ ਇੱਕ ਵਸਤੂ ਪਈ ਸੀ, ਪਰ ਲੋਕ ਲੱਗਾ ਸੀ ਬਾਹਰ। ਸੇਮ ਉਸ ਬੰਦੇ ਕੋਲ ਹੁੰਦਾ ਸਭ ਕੁਝ ਹੈ, ਪਰ ਪਿਆਰ ਨਾ ਹੋਣ ਕਰਕੇ ਲੋਕ ਲਾਇਆ ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਲੋਕ ਲਾਇਆ। ਉਹਦਾ ਲਾਭ ਨਹੀਂ ਕੋਈ ਉਠਾ ਸਕਿਆ, ਸਵਾਰਥ ਵਿੱਚ ਵੱਜਾ, ਆਪਣੀ ਖੁਦਗਰਜੀ ਅੱਗੇ ਰੱਖ ਕੇ ਬੈਠਾ। ਜਿਨੀ ਨਾ ਪਾਇਓ ਪ੍ਰੇਮ ਰਸ, ਤੇ ਅੱਜ ਮਾਰੋ ਸਮਾਜ ਵਿੱਚੋਂ ਪ੍ਰੇਮ ਤੇ ਮਨਫੀ ਹੋ ਗਿਆ। ਉਹੋ ਹੀ ਭਰਾ ਜਿਹੜਾ ਨਿੱਕਾ ਹੁੰਦੇ ਆ ਇੱਕ ਦੂਜੇ ਦੇ ਕੱਪੜੇ ਪਾਉਂਦਾ, ਜੇ ਪਿਆਰ ਹੁੰਦਾ ਤੇ ਅੱਜ ਆਪਣੇ ਬੱਚਿਆਂ ਪਿੱਛੇ ਲੱਗ ਕੇ ਭਰਾ ਦਾ ਗਾਟਾ ਲਾਉਂਦਾ। ਜੇ ਬੰਦੇ ਦੀ ਜ਼ਿੰਦਗੀ 'ਚ ਪਿਆਰ ਹੁੰਦਾ, ਜਿਹੜਾ ਭਰਾ ਭਰਾ ਨੂੰ ਉਡੀਕ ਕੇ ਪ੍ਰਸ਼ਾਦਾ ਛਕਦਾ ਸੀ ਸ਼ਾਮ ਨੂੰ, ਇੱਕ ਦੂਜੇ ਦੇ ਕੱਪੜੇ ਪਾਉਂਦਾ ਸੀ। ਤੁਸੀਂ ਐਸੇ ਪਰਿਵਾਰ ਵੀ ਵੇਖੇ ਹੋਣੇ ਜਿੱਥੇ ਕੱਪੜਿਆਂ ਪ੍ਰਤੀ ਵੀ ਕੋਈ ਵਿਤਕਰਾ ਨਹੀਂ, ਵੱਡੇ ਨੇ ਪਾ ਲਿਆ ਛੋਟੇ ਪਾ ਲਿਆ, ਕਹਿੰਦਾ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਕਿ ਆਹ ਕੱਪੜਾ ਮੇਰਾ ਹੈ ਕਿ ਆਹ ਇਹਦਾ ਹੈ, ਜਿਹਨੇ ਪਾ ਲਿਆ ਅਸੀਂ ਪਾ ਕੇ ਤੁਰ ਪੈਂਦੇ ਹਾਂ। ਪਰ ਵਕਤ ਆਉਂਦਾ ਹੈ, ਸਮਾਂ ਆਉਂਦਾ ਹੈ, ਮੁੜ ਕੇ ਉਹੋ ਹੀ ਭਰਾ ਦੁਸ਼ਮਣ ਲੱਗਣ ਲੱਗ ਪੈਂਦੇ ਨੇ। ਕਿਉਂ? ਅੱਜ ਪਿਆਰ ਖੰਭ ਲਾ ਕੇ ਉੱਡ ਗਿਆ। ਇਹ ਰੋਜ਼ ਬਾਣੀ ਜਪ ਬਾਣੀ ਦਾ ਪਾਠ ਕਰਨ ਵਾਲੇ ਵਿਅਕਤੀ, ਰੋਜ਼ ਬਾਣੀ ਦਾ ਪਾਠ ਦਾ ਦਾਵਾ ਕਰਨ ਵਾਲੇ ਵਿਅਕਤੀ, ਕੱਲੀ ਕੱਲੀ ਪੌੜੀ ਨੂੰ ਸਮਝ ਕੇ ਵੇਖ ਗੁਰਦੇਵ ਜੀ ਕੀ ਕਹਿ ਰਹੇ ਨੇ। ਸਾਚਾ ਸਾਹਿਬ ਸਾਚ ਨਾਏ, ਜੇ ਉਹ ਸਾਹਿਬ ਸੱਚਾ ਹੈ, ਉਹਦਾ ਨਿਆਂ ਸੱਚਾ ਹੈ, ਤੇ ਆਹ ਸਮਝ ਗੱਲ ਆਏਗੀ ਵੀ ਭਾਖਿਆ ਉਹਦੀ ਬੋਲੀ, ਭਾਓ ਪਿਆਰ ਅਪਾਰ, ਜਿਹਦਾ ਉਰਲਾ ਤੇ ਪਰਲਾ ਬਹਿਣੇ ਨਹੀਂ, ਯਾਨੀ ਕਿ ਬੇਅੰਤ ਤੋਂ ਮਾਲਕ। ਇਹ ਗੱਲ ਕਦੋਂ ਸਮਝ ਆਏਗੀ? ਜਦੋਂ ਕਰਮੀ ਆਵੇ ਕੱਪੜਾ, ਜਦੋਂ ਤੂੰ ਉਹਦੀ ਬਖਸ਼ਿਸ਼ ਦਾ ਪਾਤਰ ਬਣ ਕੇ ਸਚਿਆਰੇ ਦੀ ਉਸ ਪੌੜੀ ਚੜ੍ਹਨ ਵਾਲੇ ਬੰਨੇ ਆਪਣੇ ਆਪ ਨੂੰ ਤੋਰੇਂਗਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀ ਹੈ। ਇਸ ਗੱਲ ਨੂੰ ਚੇਤਾ ਰੱਖਣਾ, ਨਾਨਕ ਐਵੇਂ ਜਾਣੀ ਹੈ ਸਭ ਆਪੇ ਸਚਿਆਰ, ਵੀ ਹਰ ਥਾਂ ਤੇ ਉਹ ਸਚਿਆਰ ਸਰਬ ਵਿਆਪਕ ਹੈ। ਜਦੋਂ ਸਾਰਿਆਂ ਥਾਵਾਂ ਤੇ ਉਹ ਸਚਿਆਰ ਦੀ ਹੋਂਦ ਮਹਿਸੂਸ ਹੋਣ ਲੱਗ ਪਈ ਕਿ ਮੈਂ ਉਹਦਾ ਰੂਪ ਹਾਂ, ਮੈਂ ਉਹਦਾ ਹਿੱਸਾ ਵਾਂ, ਮੈਨੂੰ ਹਰ ਵਕਤ ਉਹ ਵੇਖ ਰਿਹਾ ਹੈ, ਨੇੜਾ ਹੈ ਦੂਰ ਨਾ ਜਾਣਿਓ, ਨੇੜੇ ਹੈ ਦੂਰ ਨਿਤ ਸਾਰੇ ਸੰਭਾਲੇ, ਜੋ ਦੇਵੇ ਸੋ ਖਾਵਣਾ। ਕਹੋ ਨਾਨਕ ਸਾਚਾ ਹੈ। ਮੂਰਤੀਆਂ ਦੇ ਵਿੱਚ ਸਮਝਣ ਦੀ ਬਜਾਏ ਉਹਨੂੰ ਇਹ ਮਹਿਸੂਸ ਕਰੋ ਮੇਰੇ ਕੋਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਦੋਂ ਮੈਂ ਇੱਦਾਂ ਮਹਿਸੂਸ ਕਰਾਂਗਾ ਤੇ ਬੰਦਾ ਗਲਤ ਕਦਮ ਚੁੱਕਣ ਲੱਗਿਆ 100 ਵਾਰ ਸੋਚੇਗਾ। ਤੇ ਗੁਰਦੇਵ ਜੀ ਕਹਿੰਦੇ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਫਿਰ ਜੀਵ ਜੀ ਅਗਲੀ ਪੰਕਤੀ ਵਿੱਚ ਗੁਰਦੇਵ ਜੀ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ, ਕਿਉਂਕਿ ਹਮੇਸ਼ਾ ਬਾਣੀ ਵਿੱਚ ਗੁਰਦੇਵ ਨੇ ਦੋਵੇਂ ਪੱਖ ਪੇਸ਼ ਕੀਤੇ। ਤੁਸੀਂ ਗੁਰਬਾਣੀ ਦੇ ਕੋਈ ਸ਼ਬਦ ਨੂੰ ਪੜ੍ਹ ਕੇ ਵੇਖ ਲਓ, ਜਿੱਥੇ ਗੁਰਦੇਵ ਜੀ ਨੇ ਇੱਕ ਸ਼ਬਦ ਵਿੱਚ ਗੁਰਮੁਖ ਦੀ ਗੱਲ ਕੀਤੀ ਹੈ, ਇੱਕ ਦੋ ਬੰਦ ਗੁਰਮੁਖ, ਫਿਰ ਅਗਲੇ ਦੋ ਬੰਦਾਂ ਦੇ ਵਿੱਚ ਮਨਮੁਖ ਦੀ ਗੱਲ ਕੀਤੀ ਹੈ। ਜੇ ਦੁੱਖ ਦੀ ਗੱਲ ਕੀਤੀ, ਨਾਲ ਸੁੱਖ ਦੀ ਡੈਫੀਨੇਸ਼ਨ ਦਿੱਤੀ ਹੈ। ਜੇ ਮਹਾਰਾਜ ਨੇ ਉਦਮ ਦੀ ਪਰਿਭਾਸ਼ਾ ਦੱਸੀ, ਨਾਲ ਆਲਸ ਦੀ ਵੀ ਦੱਸੀ ਹੈ ਵੀ ਆਲਸ ਕੀ ਹੁੰਦਾ ਹੈ, ਤਾਂ ਕਿ ਗੱਲ ਸਮਝ ਆ ਸਕੇ, ਸਾਡੀ ਸੁਰਤ ਵਿੱਚ ਇਹ ਗੱਲ ਵਸ ਸਕੇ। ਤੇ ਮਹਾਰਾਜ ਅਗਲੇ ਬੰਦ ਵਿੱਚ ਕਹਿੰਦੇ ਨੇ ਆਖੇ ਜੀਵ ਆਖਦੇ ਨੇ, ਮੰਗੇ ਜੀਵ ਮੰਗਦੇ ਨੇ। ਇਹ ਕਿਹੜੇ? ਜਿਨ੍ਹਾਂ ਕੋਲ ਗੁਰਮਤਿ ਨਹੀਂ, ਜਿਹੜੇ ਸਚਿਆਰੇ ਦੀ ਪੌੜੀ ਤੇ ਪੈਰ ਰੱਖਣ ਨੂੰ ਅਜੇ ਤੱਕ ਤਿਆਰ ਨਹੀਂ, ਜਿਹੜੇ ਸੱਚ ਤੋਂ ਕੋਹਾਂ ਦੂਰ ਨੇ। ਆਖੇ ਆਖਦੇ ਨੇ, ਮੰਗੇ ਮੰਗਦੇ ਨੇ, ਦੇ। ਤੁਸੀਂ ਵੇਖੋ ਨਿੱਤ ਅਰਦਾਸਾਂ ਹੋ ਰਹੀਆਂ, ਨਿੱਤ ਜੀਵ ਮੰਗਦੇ ਨੇ।
ਕਿੱਦਾਂ ਕਿਸੇ ਗੁਰਦੁਆਰੇ ਚਲ ਜਾਓ, ਕਿਸੇ ਮੰਦਿਰ ਚਲ ਜਾਓ, ਕਿਸੇ ਮਸਜਿਦ ਚਲ ਜਾਓ, ਇੱਦਾਂ ਹੱਥ ਜੋੜੇ ਜਾ ਰਹੇ ਨੇ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਘਰ ਮੰਗਦਾ, ਕੋਈ ਕੋਠੀ ਮੰਗਦਾ, ਕੋਈ ਕਾਰ ਮੰਗਦਾ, ਦੇ ਮੈਨੂੰ ਆਹ ਦੇ, ਮੈਨੂੰ ਆਹ ਦੇ। ਆਹ ਦਾਤਾਂ ਦਿੱਤੀਆਂ ਨੇ। ਸਾਡੇ ਤੇ ਸਮਾਜ ਦੀ ਹਾਲਾਤ ਇਹ ਬਣੇ ਨੇ, ਇੱਥੇ ਤਾਂ ਕੋਈ ਚੀਜ਼ ਮਿਲਦੀ ਅਸੀਂ ਉਹਨੂੰ ਦਾਤ ਕਹਿੰਦੇ। ਹੁਣ ਇਹਦਾ ਅਰਥ ਗੱਡੀ ਦਾਤ ਹੈ। ਹੁਣ ਤੁਸੀਂ ਵੇਖਿਆ ਨਾ, ਕਈ ਵਾਰੀ ਅਸੀਂ ਗੱਡੀ ਲੈਂਦੇ, ਉਹਦੇ 'ਤੇ ਲਾਈਨ ਲਿਖਾ ਦਿੰਦੇ ਹਾਂ, ਪੰਕਤੀ ਲਿਖਾ ਦਿੰਦੇ ਹਾਂ ਵੀ ਇਹ ਭੇ ਦਾਤ ਤੇਰੀ ਦਾਤਾਰ। ਸਾਨੂੰ ਲੱਗਦਾ ਵੀ ਕਾਰ ਦਾਤ ਹੈ, ਤੇ ਮਹਾਰਾਜ ਕਹਿੰਦੇ ਕੇਤਿਆਂ ਦੁੱਖ ਭੂਖ ਸੱਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਦੁੱਖ ਭੁੱਖ ਇਹ ਵੀ ਤੇ ਉਹਦੀ ਦਾਤ ਹੈ, ਕਿਉਂਕਿ ਦੁੱਖ ਭੁੱਖ ਵੇਲੇ ਵੀ ਚੇਤਾ ਆਉਂਦਾ ਕਈ ਵਾਰੀ। ਮੰਨ ਲਓ ਤੂੰ ਅੱਜ ਭੁੱਖਾ, ਤੈਨੂੰ ਪ੍ਰਸ਼ਾਦਾ ਛਕਣ ਲਈ ਨਹੀਂ ਮਿਲਿਆ, ਅੱਜ ਮਹਿਸੂਸ ਹੋ ਰਿਹਾ ਨਾ ਵੀ ਪਤਾ ਨਹੀਂ ਕਿੰਨੇ ਲੋਕ ਸੀ ਜਿਨ੍ਹਾਂ ਲੋਕਾਂ ਨੂੰ ਕਈ ਵਾਰੀ ਪ੍ਰਸ਼ਾਦਾ ਛਕਣ ਨੂੰ ਮਿਲਦਾ ਹੀ ਨਹੀਂ ਸੀ। ਅੱਜ ਮੈਨੂੰ ਨਹੀਂ ਮਿਲਿਆ, ਤੇ ਅੱਜ ਪਹਿਲੀ ਵਾਰ ਮਨ ਮਹਿਸੂਸ ਕਰਦਾ ਦਾਤਾ ਮੈਂ ਰੋਜ਼ ਗੱਡੀ 'ਤੇ ਸਫ਼ਰ ਕਰਨ ਵਾਲਾ, ਮੈਂ ਕਦੀ ਹਸਪੀਟਲ ਜਾ ਕੇ ਨਹੀਂ ਸੀ ਵੇਖਿਆ। 4 ਦਿਨ ਹਸਪੀਟਲ ਰਹਿਣਾ ਪਿਆ, ਪਤਾ ਲੱਗਿਆ ਕਿੱਦਾਂ ਮਰੀਜ਼ ਬਿਮਾਰੀ ਨਾਲ ਜੂਝ ਰਹੇ ਨੇ, ਕਿੰਨਾ ਔਖਾ ਹੈ ਹਸਪੀਟਲ ਵਿੱਚ ਰਹਿ ਕੇ ਉੱਥੇ ਬਿਮਾਰੀ ਦੇ ਨਾਲ ਜੰਗ ਕਰਨੀ। ਕਈ ਵਾਰੀ ਦੁੱਖ ਵੀ ਦਾਤ ਬਣ ਜਾਂਦੀ ਹੈ, ਪਰ ਅਸੀਂ ਸਿਰਫ ਸੁੱਖ ਨੂੰ ਦਾਤ ਕਹਿੰਦੇ ਹਾਂ। ਦਾਤ ਬਖਸ਼ਿਸ਼ ਕੀਤੀ ਮਾਲਕ ਨੇ, ਕਿਉਂਕਿ ਸਾਡੀ ਸੋਚ ਵਿੱਚ ਇੱਦਾਂ ਦੀਆਂ ਵਿਚਾਰਾਂ ਪਾ ਦਿੱਤੀਆਂ ਗਈਆਂ। ਜਿੱਦਾਂ ਦਾ ਅਸੀਂ ਆਪਣੇ ਦਿਮਾਗ ਦੇ ਵਿੱਚ ਵਿਚਾਰ ਫਿੱਟ ਕੀਤੇ ਨੇ, ਉੱਦਾਂ ਦੇ ਵਿਚਾਰ ਹੀ ਅਸੀਂ ਲੈ ਕੇ ਆਪਣੀ ਜ਼ਿੰਦਗੀ ਜੂ ਰਹੇ ਹਾਂ। ਤੋ ਪਾਤਸ਼ਾਹ ਕਹਿੰਦੇ ਆਖੇ ਜੀਵ ਆਖਦੇ ਨੇ, ਮੰਗੇ ਜੀਵ ਮੰਗਦੇ ਨੇ, ਦੇ ਦਾਤ ਕਰੇ ਦਾਤਾਰ। ਉਹ ਤੇ ਦਾਤਾਰ ਦਾਤਾਂ ਦੇ ਹੀ ਜਾ ਰਿਹਾ ਹੈ, ਉਹਦੇ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ, ਪਰ ਗੱਲ ਤੇ ਤੇਰੇ ਤੇ ਡਿਪੈਂਡ ਕਰਦਾ। ਜਿਵੇਂ ਭਾਈ ਗੁਰਦਾਸ ਜੀ ਨੇ ਸ਼ਬਦ ਨਹੀਂ ਵਰਤਿਆ ਵੀ ਜੈਸੇ ਤੋਂ ਵੈਦ ਗ੍ਰਹਿ ਆਵਤ ਹੈ ਅਨੇਕ ਰੋਗੀ। ਜਿਵੇਂ ਇੱਕ ਵੈਦ ਦੇ ਕੋਲ ਅਨੇਕਾਂ ਰੋਗੀ ਆਉਂਦੇ ਨੇ। ਹੁਣ ਕੋਈ ਰੋਗੀ ਕੁਝ ਮੰਗਦਾ, ਹੁਣ ਕਿਸੇ ਰੋਗੀ ਨੂੰ ਕੋਈ ਬਿਮਾਰੀ ਹੈ, ਕਿਸੇ ਰੋਗੀ ਨੂੰ ਕੋਈ ਬਿਮਾਰੀ ਹੈ। ਹਾਂ, ਇੱਕੋ ਡਾਕਟਰ ਹਰ ਇੱਕ ਰੋਗੀ ਦਾ ਵੱਖਰੇ ਤਰੀਕੇ ਨਾਲ ਇਲਾਜ ਕਰਦਾ। ਕਿਸੇ ਦਾ ਇੱਕ ਗੋਲੀ ਨਾਲ ਸਰ ਜਾਂਦਾ, ਕਿਸੇ ਨੂੰ ਇੰਜੈਕਸ਼ਨ ਦੇਣਾ ਪੈਂਦਾ, ਕਿਸੇ ਦਾ ਆਪਰੇਸ਼ਨ ਤੋਂ ਥੱਲੇ ਗੱਲ ਹੀ ਨਹੀਂ ਬਣਦੀ, ਕਿਸੇ ਨੂੰ ਅੱਧੇ ਘੰਟੇ 'ਚ ਤੋੜ ਦਿੰਦਾ, ਕਿਸੇ ਨੂੰ ਇੱਕ ਪੂਰਾ ਦਿਨ ਰੱਖਦਾ, ਕਿਸੇ ਨੂੰ ਕਹਿੰਦਾ ਨਹੀਂ ਤੈਨੂੰ 3 ਦਿਨ ਲੱਗਣਗੇ, ਤੇ ਕਈਆਂ ਨੂੰ 2-2 3-3 4-4 ਮਹੀਨੇ ਵੀ ਲੱਗ ਜਾਂਦੇ ਨੇ। ਹਸਪੀਟਲ ਡਾਕਟਰ ਇੱਕੋ ਹੀ ਹੈ, ਪਰ ਮਰੀਜ਼ ਅਲੱਗ-ਅਲੱਗ ਆਏ। ਕਿ ਅੱਜ ਗੁਰੂ ਦੇ ਕੋਲ ਵੀ ਇੱਕੋ ਜਿਹੇ ਸਾਰੇ ਮੰਗਣ ਆਉਂਦੇ ਨੇ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਕਈਆਂ ਦੀ ਜ਼ਿੰਦਗੀ ਦੇ ਵਿੱਚ ਸੱਚ ਹੈ, ਜਿਹੜੇ ਕੰਮ ਲਈ ਗੁਰਦੇਵ ਹੱਟ ਖੋਲ੍ਹ ਕੇ ਬੈਠੇ ਨੇ ਕਿ ਕੋਈ ਆਣ ਕੇ ਇੱਥੇ ਆਵੇ, ਆਪਣੇ ਔਗਣ ਦੇ ਕੇ ਤੇ ਗੁਣ ਲੈ ਜਾਏ, ਚੰਗਿਆਈ ਲੈ ਜਾਏ, ਗੁਰੂ ਦੀ ਮੱਤ ਲੈ ਜਾਏ, ਸਿੱਖਿਆ ਲੈ ਜਾਏ। ਸਿੱਖਿਆ ਲੈਣ ਵਾਲਾ ਤੇ ਕੋਈ ਟਾਵਾਂ ਆ ਰਿਹਾ ਦੁਨਿਆਵੀ ਪਤਾ, ਕਿਉਂਕਿ ਗੁਰਬਾਣੀ ਨੂੰ ਹਮੇਸ਼ਾ ਇੱਦਾਂ ਸਮਝਣਾ। ਇੱਥੇ ਦੋਵੇਂ ਪੱਖ ਪੇਸ਼ ਕੀਤੇ। ਇੱਕ ਸਚਿਆਰੇ ਬਣਨ ਵਾਸਤੇ ਬਖਸ਼ਿਸ਼ ਦਾ ਪਾਤਰ ਬਣ ਚੁੱਕਾ ਹੈ, ਇੱਕ ਅਜੇ ਦੁਨਿਆਵੀ ਪਦਾਰਥਾਂ ਤੋਂ ਉੱਤੇ ਸੋਚ ਚੁੱਕਣ ਲਈ ਤਿਆਰ ਨਹੀਂ। ਉਹ ਤੇ ਆਖਦਾ ਹੈ, ਮੰਗੇ ਮੰਗਦਾ ਹੈ, ਦੇ ਦਾਤ ਕਰੇ ਦਾਤਾਰ। ਉਹ ਦੁਨਿਆਵੀ ਪਦਾਰਥਾਂ ਤੋਂ ਉੱਤੇ ਆਪਣੀ ਸੋਚ ਚੁੱਕਣ ਨੂੰ ਤਿਆਰ ਹੀ ਨਹੀਂ। ਮਹਾਰਾਜ ਕਹਿੰਦੇ ਮੰਨ ਲਓ, ਜੋ ਤੂੰ ਮੰਗਿਆ ਤੈਨੂੰ ਮਿਲ ਗਿਆ, ਮੰਨ ਲਓ। ਵੈਸੇ ਇੱਦਾਂ ਹੁੰਦਾ ਨਹੀਂ, ਜੋ ਮੰਗੀ ਉਹ ਮਿਲੇ। ਮੰਗਣ ਨੂੰ ਤੇ ਸਾਰੇ ਲੋਕ ਪੁੱਤ ਮੰਗਦੇ, ਕਿ ਸਾਰਿਆਂ ਨੂੰ ਪੁੱਤ ਮਿਲ ਜਾਂਦੇ ਨੇ? ਜੇ ਮੰਨ ਲਓ ਵੀ ਹਰ ਇੱਕ ਬੰਦਾ, ਕਿਹੜਾ ਬੰਦਾ ਧੀ ਦੀ ਅਰਦਾਸ ਕਰਦਾ? ਤੁਹਾਨੂੰ ਉਂਗਲਾਂ, ਮੈਨੂੰ ਆਪਣੇ ਇਹਨਾਂ 20-22 ਸਾਲਾਂ ਦੀ ਜ਼ਿੰਦਗੀ ਦੇ ਵਿੱਚ ਮੈਨੂੰ ਤੇ ਅਜੇ ਤੱਕ ਕੋਈ ਵਿਅਕਤੀ ਨਹੀਂ ਮਿਲਿਆ ਜਿਹੜਾ ਕਹਿੰਦਾ ਹੋਵੇ ਕਿ ਜੀ ਅਸੀਂ ਧੀ ਦੀ ਅਰਦਾਸ ਕੀਤੀ ਸੀ, ਧੀ ਮਿਲੇ ਸਾਨੂੰ। ਪੁੱਤਾਂ ਦੀਆਂ ਅਰਦਾਸਾਂ ਹਮੇਸ਼ਾ ਹੀ ਹਰ ਬੰਦਾ ਤੇ ਚੰਗੀ ਅਗਾਂਹ ਦੁੱਖ ਵਾਸਤੇ ਤੇ ਕੋਈ ਵੀ ਨਹੀਂ ਮੰਗਦਾ, ਹਮੇਸ਼ਾ ਸੁੱਖ ਹੀ ਮੰਗੇ ਜਾ ਰਹੇ ਨੇ। ਪਰ ਕੀ ਜੋ ਅਸੀਂ ਮੰਗਦੇ ਉਹ ਮਿਲ ਜਾਂਦਾ? ਇੱਦਾਂ ਸ਼ਬਦ ਬੋਲਿਆ ਜਾਂਦਾ, ਵੇਖੋ ਜੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਨ ਹੈ ਕੌਣ ਹੈ? ਪਹਿਲਾਂ ਜਿਹੜਾ ਜਨ ਹੈ ਉਹ ਦੁਨਿਆਵੀ ਪਦਾਰਥ ਮੰਗੇਗਾ ਭਲਾ? ਉਹਨੂੰ ਤਾਂ ਸਮਝ ਆ ਜਾਣੀ ਹੈ ਵੀ ਕਿਆ ਮੰਗੋ। ਇਹਦਾ ਕੁਐਸਚਨ ਲਾਓ, ਕਿਆ ਮੰਗੋ? ਕਿਛ ਸਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਮੰਗਾ ਕੀ? ਜਿਹੜੀ ਚੀਜ਼ ਮੰਗੂਗਾ ਉਹ ਨਾਸ਼ਵੰਤ ਹੈ। ਤੋ ਗੁਰਦੇਵ ਪਿਤਾ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਹੈ ਵੀ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦਾਤ ਕਰੇ ਦਾਤਾਰ। ਫਿਰ ਕਹਿੰਦੇ ਨੇ ਜੇ ਸਭ ਕੁਝ ਉਹਦਾ ਦਿੱਤਾ ਹੋਇਆ ਤੇ ਜਦੋਂ ਮੈਂ ਉਹਦੇ ਨਾਲ ਸਾਂਝ ਪਾਉਣੀ, ਮੈਂ ਕਿਹੜੀ ਭੇਟਾ ਉਹਦੇ ਗੜੀ ਰੱਖਾਂ? ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ। ਜਿਹਦੇ ਨਾਲ ਮੈਂ ਸੱਚਾ ਬਣ ਸਕਾਂ, ਜਿਹਦੇ ਨਾਲ ਮੇਰੀ ਉਹਦੇ ਨਾਲ ਸਾਂਝ ਪੈ ਸਕੇ, ਮੈਂ ਕਿਹੜਾ ਪਦਾਰਥ ਉਹਦੇ ਕੋਲ ਲੈ ਕੇ ਜਾਵਾਂ? ਫੇਰ ਕਿ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ। ਕਿਉਂਕਿ ਤੁਸੀਂ ਇਹ ਤਾਂ ਸੇਮ ਇੱਦਾਂ ਗੱਲ ਹੈ ਜਿਵੇਂ ਇੱਕ ਬਾਪ ਬਾਜ਼ਾਰ ਗਿਆ, ਬਾਜ਼ਾਰ ਤੋਂ ਉਹ ਆਪਣੇ ਪੁੱਤਰ ਲਈ ਕੋਈ ਵਸਤੂ ਲੈ ਕੇ ਆਇਆ। ਅੱਧਾ ਘੰਟਾ ਬੀਤਿਆ, 2 ਘੰਟੇ ਬੀਤੇ, ਤੇ ਪੁੱਤਰ ਉਹੋ ਹੀ ਹੈ, ਉਹ ਵਸਤੂ ਬਾਪ ਦੇ ਅੱਗੇ ਰੱਖ ਕੇ ਤੇ ਮਾਣ ਮਹਿਸੂਸ ਕਰ ਰਿਹਾ, ਪਿਤਾ ਜੀ ਆ ਵੇਖੋ ਕਿੱਡੇ ਸੋਹਣੇ ਪਕਵਾਨ ਨੇ। ਤੇ ਬਾਪ ਆਂਦਾ, ਪੋਤੇ ਲੈ ਕੇ ਕੌਣ ਆਇਆ?
ਉਹਨੂੰ ਚੇਤਾ ਹੀ ਭੁੱਲ ਗਿਆ ਵੀ ਇਹ ਤੇ ਲਿਆਇਆ ਹੀ ਬਾਪ ਹੈ। ਅੱਜ ਸੇਮ ਇਦਾਂ ਹੋ ਰਿਹਾ, ਜਿਹੜੀਆਂ ਅਸੀਂ ਚੀਜ਼ਾਂ ਆਪਣੇ ਗੁਰੂ ਅੱਗੇ ਅਰਪਣ ਕਰ ਰਹੇ ਹਾਂ, ਇਹ ਹੈ ਕਿਹਦੀਆਂ? ਇਹ ਤੇ ਇਦਾਂ ਹੋ ਰਿਹਾ ਜਿਵੇਂ ਇੱਕ ਬਾਗ ਦਾ ਮਾਲੀ ਬਾਗ ਦੇ ਵਿੱਚੋਂ ਹੀ ਕੁਝ ਫਲ ਤੋੜ ਕੇ ਬਾਗ ਦੇ ਮਾਲਕ ਅੱਗੇ ਜਾ ਕੇ ਰੱਖ ਦੇਵੇ, ਆਹ ਵੇਖੋ ਜੀ ਕਿੱਡਾ ਸੋਹਣਾ ਫਲ ਹੈ। ਉਹ ਹੱਸੇਗਾ ਵੀ ਹੈ ਫਲ ਕਿਹਦੇ ਬਾਗ ਦਾ? ਹੈ ਤੇ ਬਾਗ ਦਾ ਮਾਲਕ ਮੈਂ ਆ ਨਾ। ਅੱਜ ਸੇਮ ਇਦਾਂ ਹੋ ਰਿਹਾ। ਗੁਰਦੇਵ ਜੀ ਕਹਿੰਦੇ ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ, ਤਾਂ ਹੀ ਦਾਨ ਸ਼ਬਦ ਸਾਡੇ ਵਿੱਚ ਨਹੀਂ ਹੈ, ਕਿਉਂਕਿ ਦਾਨ ਦਾਤਾ ਕਰਦਾ ਹੈ, ਅਸੀਂ ਦਾਤੇ ਨਹੀਂ ਆ। ਯਾਦ ਰੱਖਣਾ, ਗੁਰਦੁਆਰੇ ਕੋ 1 ਰੁਪਈਆ, ਆ ਜਿਹੜਾ ਗੁਰਦੁਆਰੇ ਗਾੜੀ ਗੋਲਕ ਪਈ ਹੈ, ਇਹ ਪੈਸੇ ਦੀ ਜ਼ਰੂਰਤ ਗੁਰੂ ਨੂੰ ਨਹੀਂ ਹੈ। ਇਹ ਪੈਸਾ ਪ੍ਰਬੰਧਕ ਢਾਂਚੇ ਵਾਸਤੇ ਹੁੰਦਾ ਹੈ, ਇਹ ਪੈਸਾ ਲੰਗਰ ਵਾਸਤੇ ਹੈ, ਜੋ ਉੱਥੇ ਆਏ ਗਏ ਦੇ ਪ੍ਰਬੰਧ ਵਾਸਤੇ ਹੈ। ਇਹ ਨਹੀਂ ਵੀ ਜਿਹੜਾ 10 ਰੁਪਈਆ ਲੈ ਕੇ ਜਾਏਗਾ ਉਹਦੇ ਵੱਲ ਗੁਰੂ ਸਾਹਿਬ ਦੀ ਹੋਰ ਕਿਸਮ ਦੀ ਸੋਚ ਹੋਏਗੀ, ਜਿਹੜਾ 100 ਲੈ ਕੇ ਜਾਏਗਾ, 1000 ਲੈ ਕੇ ਜਾਏਗਾ, ਲੱਖ ਲੈ ਕੇ ਜਾਏਗਾ, ਉਹਨੂੰ ਜਿਆਦੀ ਜੱਫੀ ਪਾਉਣਗੇ ਨਾ। ਇਹ ਪੈਸਾ ਤੁਹਾਡਾ ਆਪਣੇ ਵੱਲੋਂ ਦਿੱਤਾ ਹੋਇਆ, ਜਿਹੜੇ ਉੱਥੇ ਕਾਰਜ ਚੱਲ ਰਹੇ ਉਹਨਾਂ ਵਾਸਤੇ ਨੇ। ਗੁਰੂ ਨੂੰ ਉਹਨਾਂ ਦੀ 1% ਵੀ ਜ਼ਰੂਰਤ ਨਹੀਂ ਹੈ। ਵੱਖਰੀ ਗੱਲ ਹੈ ਕਿ ਇਹ ਸਿਸਟਮ ਬਣ ਗਿਆ ਸਾਡਾ ਵੀ ਸ਼ਾਇਦ ਮੈਂ ਪੈਸੇ ਲੈ ਕੇ ਜਾਵਾਂਗਾ, ਮਹਾਰਾਜ ਮੇਰੇ ਤੇ ਜ਼ਿਆਦਾ ਪ੍ਰਸੰਨ ਹੋਣਗੇ, ਪਰ ਭਾਵੇਂ ਕਿ ਜ਼ਰੂਰਤ ਹੈ, ਕਿਉਂਕਿ ਜਿੰਨੀਆਂ ਵੀ ਸੰਸਥਾਵਾਂ ਨੇ ਚੱਲਦੀਆਂ ਪੈਸੇ ਨਾਲ ਨੇ। ਤੋ ਜਦੋਂ ਕੋਈ ਲੈ ਕੇ ਜਾਂਦਾ ਉਹਦਾ ਅਰਥ ਇਹ ਨਹੀਂ ਹੁੰਦਾ। ਉਹ ਵੱਖਰੀ ਗੱਲ ਹੈ ਕਿ ਸਾਡਾ ਅੱਜ ਸਿਸਟਮ ਐਸਾ ਬਣ ਗਿਆ, ਜਿਹੜਾ 100 200 500 1000 ਦੇਵੇ ਉਹਨੂੰ ਸਰੂਪਾ ਦੇ ਕੇ ਨਵਾਜਿਆ ਜਾਂਦਾ ਹੈ, ਤੇ ਜਿਹੜਾ ਬੰਦਾ 10 100 ਰੁਪਈਆ 50 ਰੁਪਏ ਜਾਂ 10 ਰੁਪਏ ਮੱਥਾ ਟੇਕੇ ਉਹਨੂੰ ਕਈ ਵਾਰੀ ਉਦਾਂ ਹੀ ਤੋੜ ਦਿੱਤਾ ਜਾਂਦਾ। ਇਹ ਵਿਤਕਰੇ ਗੁਰੂ ਨੇ ਨਹੀਂ ਸੀ ਸਿਖਾਏ, ਇਹ ਵਿਤਕਰੇ ਉੱਥੋਂ ਦਾ ਪ੍ਰਬੰਧਕੀ ਢਾਂਚਾ ਜਿਹਨੇ ਚੀਜ਼ਾਂ ਸਮਾਜ ਵਿੱਚ ਪੈਦਾ ਕਰ ਦਿੱਤੀਆਂ ਨੇ। ਯਾਦ ਰੱਖਣਾ, ਗੋਲਕ ਦਾ ਸੰਬੰਧ ਗੁਰੂ ਨਾਲ ਨਹੀਂ ਸੀ, ਭਾਵੇਂ ਕਿ ਜਿਹੜੇ ਅਦਾਰੇ ਨੇ ਉਹ ਪੈਸੇ ਨਾਲ ਚੱਲਦੇ ਨੇ, ਪਰ ਇਹ ਵੀ ਨਾਲ ਪੱਖ ਸਾਂਝਾ ਹੈ ਕਿ ਪੈਸੇ ਤੋਂ ਬਿਨਾਂ ਸਮਾਜ ਦਾ ਕੋਈ ਵੀ ਕਾਰਜ ਨਹੀਂ ਹੋ ਸਕਦਾ। ਜੇ ਉੱਥੇ ਲੰਗਰ ਬਣਨਾ ਹੈ, ਰਸਤਾਂ ਬਣਨੀਆਂ, ਜੇ ਉੱਥੇ ਲਾਂਗਰੀ ਨੇ ਪਕਵਾਨ ਤਿਆਰ ਕਰਨੇ ਨੇ, ਉਹਦੀ ਕੋਈ ਮਹਾਨਤਾ ਘੱਟ ਨਹੀਂ ਹੈ, ਉਹਦੀ ਕੋਈ ਅਹਿਮੀਅਤ ਘੱਟ ਨਹੀਂ ਹੈ, ਉਹਦਾ ਵੀ ਇੱਕ ਆਪਣਾ ਯੋਗਦਾਨ ਹੈ। ਤਾਂ ਪਾਤਸ਼ਾਹ ਇੱਥੇ ਜਿਹੜੀ ਗੱਲ ਕਰਦੇ ਕਿ ਮੈਂ ਕਿਹੜੀ ਵਸਤੂ ਅੱਗੇ ਰੱਖਾਂ ਜਿਹਦੇ ਨਾਲ ਮੈਨੂੰ ਉਹਦੇ ਨਾਲ ਸਾਂਝ ਪੈ ਜਾਏ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਜਿਹਦੇ ਨਾਲ ਮੇਰੀ ਉਹਦੀ ਸਾਂਝ ਬਣ ਸਕੇ। ਮੂੰਹ ਕੇ ਬੋਲਣ ਬੋਲੀਏ, ਮੂੰਹ ਮੈਂ ਕਿਹੜਾ ਬੋਲ ਬੋਲਾਂ। ਜਿਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਮੈਨੂੰ ਉਹ ਪਿਆਰ ਕਰਨ ਲੱਗ ਪਏ। ਮੇਰੇ ਵਿੱਚ ਉਹ ਗੁਣ ਕੁਆਲਿਟੀ ਆ ਜੇ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਮੇਰੇ ਨਾਲ ਉਹ ਪਿਆਰ ਕਰੇ, ਜਾਨੀ ਕਿ ਮੇਰੇ ਵਿੱਚ ਵੀ ਉਹ ਗੁਣ ਆ ਜਾਣ ਜਿਹਦੇ ਨਾਲ ਮੈਂ ਸਚਿਆਰ ਦਾ ਰੂਪ ਬਣ ਸਕਾਂ। ਤੇ ਗੁਰਦੇਵ ਨੇ ਫਿਰ ਬਹੁਤ ਪਿਆਰਾ ਵਿਚਾਰ ਦਿੱਤਾ, ਕਹਿੰਦੇ ਇੱਕੋ ਤਰੀਕਾ ਕਿਹੜਾ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰਦੇਵ ਜੀ ਕਹਿੰਦੇ ਨੇ ਸੱਚੇ ਨਾਉ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰ ਕਰਕੇ ਆਪਣੀ ਜ਼ਿੰਦਗੀ ਦੇ ਵੇਲੇ ਨੂੰ ਅੰਮ੍ਰਿਤ ਬਣਾ ਲਾ ਭਾਈ। ਸੱਚੇ ਨਾਮ ਦੀਆਂ, ਕਿਉਂਕਿ ਸੱਚ ਨਾਮ ਵਡਿਆਈ ਵਿਚਾਰ, ਸੱਚੇ ਨਾਮ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰਕੇ ਆਪਣੀ ਜ਼ਿੰਦਗੀ 'ਚ ਗੁਣ ਕੁਆਲਿਟੀ ਲਿਆ ਕੇ ਤੂੰ ਵੀ ਵੇਲੇ ਨੂੰ ਅੰਮ੍ਰਿਤ ਬਣਾ ਲਾ। ਭਾਵੇਂ ਕਿ ਵੱਖਰੀ ਗੱਲ ਹੈ, ਸਿੱਖ ਕੌਮ ਦੇ ਵਿੱਚ ਸਵੇਰੇ ਟਾਈਮ ਨੂੰ ਉੱਠਣ ਨੂੰ ਵੀ ਅਸੀਂ ਅੰਮ੍ਰਿਤ ਵੇਲੇ ਦਾ ਸ਼ਬਦ ਨਾਲ ਨਵਾਜਦੇ ਹਾਂ, ਮਾੜੀ ਗੱਲ ਨਹੀਂ ਹੈ। ਕੋਈ ਸਵੇਰੇ ਟਾਈਮ ਨਾਲ ਬਹੁਤ ਨੇ, ਕਈ ਬੰਦੇ ਤੁਸੀਂ ਵੇਖੇ ਹੋਣਗੇ ਜਿਨ੍ਹਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ ਤਾਂ ਵੀ ਉੱਠਦੇ ਨੇ। ਸਵੇਰੇ ਟਾਈਮ ਨਾਲ ਉੱਠਣਾ ਕੋਈ ਮਾੜੀ ਗੱਲ ਨਹੀਂ ਹੈ। ਸਟੂਡੈਂਟ, ਵਿਦਿਆਰਥੀ ਜਿਹੜੇ ਆ ਜਦੋਂ ਇਗਜ਼ਾਮ ਆਉਂਦੇ ਆ, ਜਦੋਂ ਉਹਨਾਂ ਦੇ ਪੇਪਰਾਂ ਦੇ ਦਿਨ ਹੁੰਦੇ ਨੇ, ਕਈ ਵਾਰੀ 2-2 3-3 4-4 ਵਜੇ ਉੱਠ ਕੇ ਉਹ ਪੜ੍ਹਦੇ ਨੇ, ਤੁਸੀਂ ਵੇਖਦੇ ਹੋ। ਕੋਈ ਤੜਕੇ ਉੱਠਣਾ ਮਾੜੀ ਗੱਲ ਨਹੀਂ ਆ, ਪਰ ਤੁਸੀਂ ਕੰਡੀਸ਼ਨ ਨਹੀਂ ਲਾ ਸਕਦੇ ਵੀ ਇਸ ਵਜੇ ਉੱਠਣ ਵਾਲਾ ਵਿਅਕਤੀ ਹੀ ਮਹਾਨ ਹੋ ਸਕਦਾ। ਵੱਖਰੀ ਗੱਲ ਹੈ ਕਿ ਸਵੇਰੇ ਟਾਈਮ ਨਾਲ, ਕਿਉਂਕਿ ਜੇ ਆਪਾਂ ਇੰਝ ਵੇਖਾਂਗੇ ਬਹੁਤ ਦੇਸ਼ ਐਸੇ ਨੇ ਜਿਨ੍ਹਾਂ ਦੇਸ਼ਾਂ ਵਿੱਚ ਰਾਤ ਨੂੰ ਕੰਮ ਕੀਤਾ ਜਾਂਦਾ ਹੈ ਤੇ ਦਿਨੇ ਉਹ ਆਰਾਮ ਕਰਦੇ ਨੇ। ਕਈ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਦਿਨੇ ਆਣ ਕੇ ਆਪਣੇ ਘਰ ਸੌਂਦੇ ਨੇ ਤੇ ਰਾਤ ਨੂੰ ਉਹ ਕੰਮ ਕਰਦੇ ਨੇ। ਜਿਵੇਂ ਮੰਨ ਲਓ ਸ਼ਾਮੀ 4 ਵਜੇ ਉਹ ਆਪਣੀ ਜੌਬ 'ਤੇ ਗਏ, ਰਾਤ 1-1:30 ਵਜੇ ਉੱਥੋਂ ਫ੍ਰੀ ਹੋਏ, ਆਉਂਦਿਆਂ 1:30-2 ਵੱਜ ਗਏ, ਆਣ ਕੇ ਆਰਾਮ ਕਰਦੇ ਨੇ। ਫਿਰ ਦਿਨੇ ਉਹ 7-8 ਵਜੇ ਉੱਠ ਕੇ ਫਿਰ ਇਸ਼ਨਾਨ ਪਾਣੀ ਕਰਕੇ ਫਿਰ ਆਪਣਾ ਦਿਨੇ ਆਪਣੇ ਘਰ ਦੇ ਕੰਮ ਕਰਦੇ ਨੇ, ਫਿਰ ਸ਼ਾਮ ਨੂੰ ਕਾਰੋਬਾਰ 'ਤੇ ਜਾਂਦੇ ਨੇ। ਫਿਰ ਐਸਾ ਵਿਅਕਤੀ ਤੇ ਗੁਰੂ ਦਾ ਸਿੱਖ ਬਣ ਹੀ ਨਹੀਂ ਸਕਦਾ ਜੇ ਤੁਸੀਂ ਇਹ ਕੰਡੀਸ਼ਨ ਲਾਤੀ। ਭਾਵੇਂ ਇਹਨਾਂ ਗੱਲਾਂ ਬੋਲ ਬੋਲ ਕੇ ਗੁੰਮਰਾਹ ਵੀ ਕੀਤਾ ਗਿਆ, ਜਿਹੜਾ 4 ਵਜੇ ਉੱਠਦਾ ਉਹਨੂੰ ਉਹਨਾਂ ਦਾਨ ਕਰਨ ਦਾ ਫਲ ਮਿਲਦਾ, ਜਿਹੜਾ ਇੰਨੇ ਵਜੇ ਉੱਠਦਾ ਉਹਨੂੰ ਜਿਹੜਾ ਹੈ ਉਹ ਲੋਹਾ ਦਾਨ ਕਰਨ ਦਾ ਫਲ ਮਿਲਦਾ, ਜਾਂ ਇੱਦਾਂ ਦੇ ਸ਼ਬਦਾਂ ਦੇ ਨਾਲ ਆਮ ਲੋਕਾਂ ਨੂੰ ਭੈ ਭੀਤ ਤੇ ਡਰਾਇਆ ਗਿਆ ਹੈ। ਵੱਖਰੀ ਗੱਲ ਹੈ, ਕਿਉਂਕਿ ਬਾਣੀ ਕਹਿੰਦੀ ਜੇ ਵੇਲਾ ਆਪਣੇ ਆਪ 'ਚ ਹੀ ਅੰਮ੍ਰਿਤ ਹੈ ਤੇ ਫਿਰ ਗੁਰਬਾਣੀ ਕੀ ਹੈ? ਬਾਣੀ ਤੇ ਗੁਰਦੇਵ ਜੀ ਕਹਿੰਦੀ ਹੈ ਜੇ ਵੇਲਾ ਵਕਤ ਵਿਚਾਰੀ ਹੈ ਕਿਤੇ ਵੇਲੇ ਭਗਤ ਹੋਏ। ਜੇ ਵੇਲੇ ਵਕਤ ਦੀ ਵਿਚਾਰ 'ਚ ਪੈ ਜਾਈਏ ਤੇ ਕਿਹੜੇ ਵੇਲੇ ਬੰਦਗੀ ਕਰੋਗੇ? ਮੈਂ ਨਾਲ ਦੁਬਾਰਾ ਗੱਲ ਫਿਰ ਰਿਪੀਟ ਕਰਦਾ ਵੀ ਕੋਈ ਮੰਨ ਲਓ ਕੋਈ ਵਿਅਕਤੀ ਸਵੇਰੇ ਉੱਠਦਾ ਹੈ
4 ਵਜੇ ਉੱਠਦਾ ਤਾਂ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਪਰ ਜਿਹੜਾ ਵਿਅਕਤੀ ਕਾਰੋਬਾਰ, ਹੁਣ ਕਈ ਦੁਕਾਨਾਂ ਰਾਤ ਨੂੰ ਲੇਟ, ਵੱਡੇ ਵੱਡੇ ਸ਼ਹਿਰਾਂ ਤੁਸੀਂ ਵੇਖੋ ਰਾਤ ਨੂੰ 10-11 ਵਜੇ ਉਹ ਦੁਕਾਨ ਬੰਦ ਕਰਦੇ ਨੇ। ਉਸ ਤੋਂ ਬਾਅਦ ਉਹ ਆਪਣੇ 11-11:30 ਘਰ ਆਏ, ਪ੍ਰਸ਼ਾਦ ਪਾਣੀ ਛਕਦਿਆਂ ਕਈ ਵਾਰੀ 1:30 2 ਵਜੇ ਉਹ ਸੌਂਦੇ ਨੇ। ਸਵੇਰੇ ਫਿਰ 10 ਵਜੇ ਉਹਨਾਂ ਜਾ ਕੇ ਦੁਕਾਨ ਨੂੰ ਫਿਰ ਖੋਲ੍ਹਣਾ ਹੁੰਦਾ ਹੈ। ਫਿਰ ਉਹ ਤਾਂ ਡਰ ਜਾਂਦੇ, ਕਹਿੰਦੇ ਹਾਏ ਜੀ ਇਹ ਤਾਂ ਕੰਮ ਹੀ ਬੜਾ ਔਖਾ, ਸਾਡੇ ਕੋਲ ਤਾਂ ਸਿੱਖ ਬਣਿਆ ਨਹੀਂ ਜਾਣਾ। ਗੁਰੂ ਸਾਹਿਬ ਨੇ ਸਿੱਖ ਬਣਾਉਣ ਲਈ ਕੋਈ ਇਹੋ ਜਿਹੀ ਕੰਡੀਸ਼ਨ ਨਹੀਂ ਸੀ ਰੱਖੀ ਜਿਹਦੇ ਨਾਲ ਆਮ ਲੋਕਾਂ 'ਤੇ ਪ੍ਰਭਾਵ ਪਾਇਆ ਜਾ ਸਕੇ। ਅਸੀਂ ਆਪਣੇ ਵੇਲੇ, ਕਿਉਂਕਿ ਅੰਮ੍ਰਿਤ ਦਾ ਅਰਥ ਹੈ ਮੌਤ, ਅੰਮ੍ਰਿਤ ਜਿਹੜਾ ਸਾਨੂੰ ਆਤਮਿਕ ਤੌਰ 'ਤੇ, ਜਾਨੀ ਕਿ ਜਿਹੜੀ ਮ੍ਰਿਤੂ ਹੈ, ਜਿਹੜਾ ਬੰਦਾ ਵਿਸ਼ਿਆਂ ਵਿਕਾਰਾਂ 'ਚ ਪੈ ਕੇ ਸੱਚਾਈ ਵਾਲੇ ਬੰਨਿਓ ਮਰ ਜਾਂਦਾ ਹੈ। ਗੁਰਦੇਵ ਪਿਤਾ ਮੰਗੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਗੁਰੂ ਦੇ ਸ਼ਬਦ ਦੁਆਰਾ ਆਪਣੇ ਬੁਰੇ ਖਿਆਲਾਂ ਨੂੰ ਮਾਰਨਾ ਸੀ ਤੇ ਸਦਾ ਵਾਸਤੇ ਅਸੀਂ ਜੀਵਨ ਪ੍ਰਾਪਤ ਕਰਨਾ ਸੀ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨਾ ਹੋਈ। ਜਦੋਂ ਅਸੀਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਬੁਰੇ ਵਿਚਾਰ ਮਾਰ ਲੈ, ਫਿਰ ਅਸੀਂ ਆਤਮਿਕ ਤੌਰ 'ਤੇ ਮਰਾਂਗੇ ਨਹੀਂ। ਇਹ ਵੇਲਾ ਅੰਮ੍ਰਿਤ ਹੈ। ਤੇ ਅਸੀਂ ਇਕੱਲਾ ਸਵੇਰ ਨੂੰ ਨਹੀਂ, ਅਸੀਂ ਆਪਣੇ ਦਿਨ ਨੂੰ ਅੰਮ੍ਰਿਤ ਵੇਲਾ ਬਣਾਉਣਾ ਹੈ, ਅਸੀਂ ਆਪਣੀ ਰਾਤ ਨੂੰ ਅੰਮ੍ਰਿਤ ਵੇਲਾ ਬਣਾਉਣਾ ਹੈ, ਤੇ ਅਸੀਂ ਆਪਣੇ ਪੂਰੇ ਜੀਵਨ ਨੂੰ ਅੰਮ੍ਰਿਤ ਵੇਲਾ ਬਣਾਉਣਾ ਹੈ। ਹੁਣ ਮੰਨ ਲਓ ਇੱਕ ਬੰਦਾ ਸਵੇਰੇ ਬਾਣੀ ਪੜ੍ਹਦਾ, ਉਹ ਇਕੱਲਾ ਵੇਲਾ ਅੰਮ੍ਰਿਤ ਹੋ ਗਿਆ, ਤੇ ਜਿਹੜੀ ਸ਼ਾਮ ਨੂੰ ਸੋਦਰ ਪੜ੍ਹੀ ਜਾਂਦੀ ਉਹ ਵੇਲਾ ਕਿਹੜਾ ਹੈ? ਉਹ ਅੰਮ੍ਰਿਤ ਵੇਲਾ ਨਹੀਂ ਹੈ। ਕੋਈ ਬੰਦਾ ਦਿਨੇ ਸਹਿਜ ਪਾਠ ਕਰਦਾ 4 ਅੰਕ, ਉਹ ਵੇਲਾ ਅੰਮ੍ਰਿਤ ਨਹੀਂ ਹੈ। ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣ ਦਾ ਯਤਨ ਕਰਨਾ ਭਾਗਾਂ ਵਾਲਿਓ। ਫਿਰ ਮੇਰੀ ਦੁਬਾਰਾ ਬੇਨਤੀ ਹੈ, ਪਾਤਸ਼ਾਹ ਕਹਿੰਦੇ ਜੇ ਤੂੰ ਚਾਹੁੰਦਾ ਤੇਰੀ ਦੂਰੀ ਮਿਟ ਸਕੇ, ਤੂੰ ਸਚਿਆਰੇ ਦਾ ਰੂਪ ਬਣ ਸਕੇ, ਤੇ ਆਹ ਕੰਮ ਕਰਨਾ ਪੈਣਾ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸੱਚੇ ਨਾਮ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰਕੇ, ਜਾਨੀ ਕਿ ਸੱਚ ਦੀ ਵਿਚਾਰ ਆਪਣੀ ਜ਼ਿੰਦਗੀ 'ਚ ਧਾਰਨ ਕਰਕੇ ਤੂੰ ਆਪਣੇ ਸਮੁੱਚੇ ਜੀਵਨ ਨੂੰ ਅੰਮ੍ਰਿਤ ਵੇਲਾ ਬਣਾ। ਆਪਣੇ ਜੀਵਨ ਦੇ ਵਿੱਚ ਇਹ ਸੁੰਦਰਤਾ ਲੈ ਕੇ ਆ, ਤਾਂ ਕਿ ਤੇਰੀ ਜ਼ਿੰਦਗੀ ਦਾ ਹਰ ਇੱਕ ਪਲ ਜਿਹੜਾ ਉਹ ਖੂਬਸੂਰਤ ਬਣ ਸਕੇ। ਤਾਂ ਸਮੁੱਚੀ ਪੌੜੀ ਵਿੱਚ ਗੁਰਦੇਵ ਜੀ ਇਹੋ ਬਖਸ਼ਿਸ਼ ਕਰਦੇ ਨੇ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ, ਆਖੈ ਮੰਗੈ ਦੇ ਦਾਤ ਕਰੇ ਦਾਤਾਰ, ਫੇਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ। ਇੱਦਾਂ ਭਾਈ ਤੂੰ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਏਗਾ ਜਦੋਂ ਤੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਵੇਲੇ ਨੂੰ, ਆਪਣੇ ਵਕਤ ਨੂੰ, ਆਪਣੇ ਸਮੇਂ ਨੂੰ ਅੰਮ੍ਰਿਤ ਵੇਲਾ ਬਣਾ ਲਿਆ, ਖੂਬਸੂਰਤ ਬਣਾ ਲਿਆ। ਫਿਰ ਕਰਮੀ ਆਵੇ ਕੱਪੜਾ, ਨਦਰੀ ਮੁਖ ਦੁਆਰ ਨਾਨਕ, ਇਵੇਂ ਜਾਣੀ ਹੈ ਸਭ ਆਪੇ ਸਚਿਆਰ। ਹੈ ਨਾਨਕ ਆਖ, ਇਵੇਂ ਤੈਨੂੰ ਸਮਝ ਲੱਗ ਜਾਏਗੀ ਕਿ ਉਹ ਹਰ ਜਗ੍ਹਾ 'ਤੇ ਉਹ ਆਪ ਸੱਚਾ ਸਮਾਇਆ ਹੋਇਆ ਹੈ, ਤੇ ਮੈਂ ਉਸ ਸੱਚੇ ਦਾ ਰੂਪ ਕਿਵੇਂ ਬਣ ਕੇ, ਸਚਿਆਰਾ ਬਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਮੈਂ ਯਤਨ ਕਰਨਾ ਹੈ। ਇਹ ਸਮੁੱਚੀ ਪੌੜੀ ਵਿੱਚ ਗੁਰਦੇਵ ਜੀ ਇਹ ਬਖਸ਼ਿਸ਼ ਕਰਦੇ ਨੇ। ਭਾਗਾਂ ਵਾਲਿਓ, ਇਹ ਜਪ ਬਾਣੀ ਜਿਹਦਾ ਰੋਜ਼ਾਨਾ ਅਸੀਂ ਆਪਣੇ ਘਰਾਂ ਵਿੱਚ ਪਾਠ ਕਰਦੇ, ਇੱਦਾਂ ਅਸੀਂ ਪੌੜੀ ਦਰ ਪੌੜੀ ਸਮਝਦੇ ਜਾਈਏ ਕਿ ਮਹਾਰਾਜ ਨੇ ਕਿੰਨੇ ਸੋਹਣੇ ਵਿਚਾਰ ਬਖਸ਼ਿਸ਼ ਕੀਤੇ ਨੇ। ਜਦੋਂ ਅਸੀਂ ਇੱਕ ਪੌੜੀ ਤੋਂ ਬਾਅਦ ਦੂਜੀ ਪੌੜੀ, ਦੂਜੀ ਪੌੜੀ ਤੋਂ ਬਾਅਦ ਤੀਜੀ ਪੌੜੀ, ਤੀਜੀ ਪੌੜੀ ਤੋਂ ਬਾਅਦ ਚੌਥੀ ਪੌੜੀ, ਕਿਉਂਕਿ ਇਹ ਭੁਲੇਖੇ ਨੇ ਆਮ ਸਾਡੇ ਸਮਾਜ ਵਿੱਚ। ਜਿਹੜਾ ਬੰਦਾ ਸਵੇਰੇ, ਕਈ ਪਰਿਵਾਰਾਂ 'ਚ ਹੁਣ ਜਿਹੜੇ ਬੰਦੇ ਕੰਮਕਾਰ ਬਹੁਤ ਘੱਟ ਕਰਦੇ ਨੇ, 10 ਵਜੇ ਸੌਂ ਗਏ, ਸਵੇਰੇ 4 ਵਜੇ ਉੱਠ ਕੇ ਉਹ ਦੂਜਿਆਂ ਵੱਲ ਇੰਜ ਵੇਂਦੇ ਨੇ ਵੀ ਇਹ ਸ਼ਡਿਊਲ ਕਾਸਟ ਹੈ, ਮੈਂ ਤਾਂ ਉੱਚੀ ਜਾਤ ਦਾ, ਮੈਂ ਤਾਂ ਬਹੁਤ ਚੰਗਾ ਕੰਮ ਕਰ ਰਿਹਾ। ਵੀ ਭਾਈ ਜੇ ਤੂੰ ਉੱਠਿਆ ਤੇ ਆਪਣੇ ਲਈ ਉੱਠਿਆ, ਤੇਰਾ ਕਿਸੇ ਸਿਰ ਕੋਈ ਸਾਨ ਨਹੀਂ ਹੈ। ਉੱਠਿਆ ਵਧੀਆ ਗੱਲ ਹੈ, ਮੈਂ ਨਾਲੇ ਵੀ ਗੱਲ ਕਹਿਤੀ ਹੈ, ਪਰ ਤੁਸੀਂ ਸਿਰਫ ਸਵੇਰੇ ਉੱਠਣ ਨੂੰ, ਹੁਣ ਮੰਨ ਲਓ ਇੱਕ ਬੰਦਾ ਸਵੇਰੇ ਤੜਕੇ ਉੱਠ ਪੈਂਦਾ ਹੈ, ਪਰ ਕਿਰਦਾਰ ਦੇ ਵਿੱਚ ਉਹਦੇ ਉਹ ਵਿਚਾਰ ਆਈ ਨਹੀਂ, ਕਰੈਕਟਰ ਵਧੀਆ ਹੈ ਹੀ ਨਹੀਂ। ਇੰਜ ਕਹਿ ਲਓ ਵੀ ਸਵੇਰੇ ਤੜਕੇ ਉਹਨੇ ਆਪਣੀ ਨੀਂਦ ਨਾਲ ਲੜ ਕੇ ਨੀਂਦ ਦਾ ਮੁਕਾਬਲਾ ਕਰ ਲਿਆ, ਪਰ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਪ੍ਰਾਇਆ ਰੂਪ ਤੱਕਣ ਦੀ ਨੀਂਦ ਅਜੇ ਵੀ ਹੈਗੀ, ਉਹ ਭਾਵੇਂ ਉਹ 4 ਵਜੇ ਉੱਠਿਆ ਹੋਵੇ। ਅੱਖਾਂ ਵਿੱਚ ਨੀਂਦ ਤੇ ਅੱਜ ਵੀ ਹੈਗੀ ਹੈ ਨਾ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸੁੱਤੇ ਹੋਏ ਨੇ ਮਾੜੀਆਂ ਵਿਚਾਰਾਂ ਸੁਣ ਕੇ। ਸਰਵਣ ਸੋਏ ਸੁਣ ਨਿੰਦ ਵਿਚਾਰ, ਤੇ ਮਨ ਸੋਇਆ ਮਾਇਆ ਵਿਸਮਾਦ। ਜਿਹੜਾ ਮਨ ਮੇਨ ਕਮਾਂਡਰ ਸੀ, ਉਹ ਮੈਂ ਮੇਰੀ ਸੁੱਤਾ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਹਿਰਦੇ ਰੂਪੀ ਘਰ 'ਚ ਕੋਈ ਇੱਕ ਹੀ ਜਾਗਦਾ ਰਹਿੰਦਾ। ਤੇ ਸਾਬਤ ਵਸਤੂ ਆਪਣੀ ਲਹੇ, ਉਹ ਸਾਬਤ ਵਸਤ ਯਾਨੀ ਕਿ ਆਪਣੇ ਕਿਰਦਾਰ ਨੂੰ ਸਾਂਭ ਕੇ ਰੱਖ ਸਕਦਾ, ਆਪਣਾ ਆਤਮਿਕ ਸਰਮਾਇਆ, ਆਤਮਿਕ ਪੂੰਜੀ ਸਾਂਭ ਸਕਦਾ, ਪਰ ਸਭ ਕੁਝ ਲੁੱਟਿਆ ਪੁੱਟਿਆ ਗਿਆ। ਗੁਰਦੇਵ ਦੀ ਬਾਣੀ ਕਹਿੰਦੀ ਹੈ, ਕਿਉਂਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਤੋ ਸਾਧ ਸੰਗਤ ਜੀ ਇਸ ਗੱਲ ਨੂੰ ਸਮਝਣਾ ਹੈ। ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਆਪਣੀ ਜ਼ਿੰਦਗੀ ਵਿੱਚ ਸੋਹਣੇ
ਵਡਿਆਈਆਂ ਕਰਕੇ ਉਸ ਮਾਲਕ ਦੇ ਗੁਣ ਗਾ ਕੇ ਹੁਣ ਕੋਈ ਲਾਲਚ ਨਹੀਂ ਹੈ ਕਿ ਉਹਦੇ ਗੁਣ ਗਾਵੇ। ਗੁਣ ਗਾਉਣ ਦਾ ਅਰਥ ਹੈ ਉਹ ਗੁਣ ਮੈਂ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਨੇ ਆ, ਜਿਹੜੇ ਗੁਣ ਗੁਰਬਾਣੀ 'ਚ ਉਸ ਮਾਲਕ ਦੇ ਬਿਆਨ ਕੀਤੇ ਨੇ। ਉਹ ਨਿਰਵੈਰ ਹੈ, ਉਹ ਨਿਰਭਉ ਹੈ, ਉਹ ਸਹਿਭੰਗ ਹੈ, ਉਹ ਅਕਾਲ ਮੂਰਤ ਹੈ, ਉਹ ਅਜੂਨੀ ਹੈ, ਉਹ ਕਰਤਾ ਪੁਰਖ ਹੈ। ਇਹ ਸਾਰੇ ਗੁਣ ਨੇ। ਇਹ ਗੁਣ ਸਾਰੇ ਆਪਣੀ ਜ਼ਿੰਦਗੀ 'ਚੋਂ ਮੈਂ ਪ੍ਰਗਟ ਕਰਕੇ ਮੈਂ ਉਹਦਾ ਰੂਪ ਬਣਨਾ ਅਤੇ ਮਾਣ ਮਹਿਸੂਸ ਕਰਨਾ। ਮੈਂ ਵੀ ਉਹਦਾ ਇੱਕ ਹਿੱਸਾ ਹਾਂ, ਮੈਂ ਵੀ ਉਹਦਾ ਇੱਕ ਰੂਪ ਹਾਂ। ਜਦੋਂ ਮੈਂ ਇੱਦਾਂ ਮਹਿਸੂਸ ਕਰਾਂਗਾ ਸਮਝ ਆਏਗੀ ਏਕ ਅਨੇਕ ਵਿਆਪਕ ਪੂਰਕ ਜਤ ਦੇਖੂੰ ਤਤ ਸੋਈ, ਵੀ ਇੱਕੋ ਮਾਲਕ ਅਨੇਕਾਂ ਰੂਪਾਂ ਵਿੱਚ ਵਿਆਪਕ ਹੈ, ਜਿਹਦਾ ਮੈਂ ਵੀ ਇੱਕ ਹਿੱਸਾ ਵਾਂ। ਅਤੇ ਮੈਂ ਆਪਣੇ ਆਪ ਨੂੰ ਸਚਿਆਰਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਬਾਣੀ ਪੜ੍ਹ ਕੇ ਮੇਰਾ ਕਿਸੇ ਸਿਰ ਕੋਈ ਅਹਿਸਾਨ ਨਹੀਂ। ਬਾਣੀ ਮੈਂ ਆਪਣੇ ਆਪ ਲਈ ਪੜ੍ਹਨੀ ਹੈ, ਸਮਝਣੀ ਹੈ, ਵਿਚਾਰਨੀ ਹੈ ਅਤੇ ਆਪਣੇ ਜੀਵਨ ਨੂੰ ਸਚਿਆਰਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਮੇਰੇ ਇਰਦ ਗਿਰਦ ਆਂਢ ਗੁਆਂਢ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਪਤਾ ਲੱਗੇ ਵਾਕਿਆ ਭਾਈ ਇਹ ਬਾਣੀ ਪੜ੍ਹਦਾ ਨਹੀਂ, ਇਹ ਬਾਣੀ ਜਿਉਂਦਾ ਹੈ, ਬਾਣੀ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਇਹ ਸੀ 4 ਨੰਬਰ ਪੌੜੀ ਦੇ ਅਰਥ ਭਾਵ ਅਰਥ। ਆਓ ਸਮਝੀਏ, ਬਾਣੀ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ। ਇਸ ਤੋਂ ਬਾਅਦ ਆਪਾਂ ਅਗਲੀ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਸਰਵਣ ਕਰਾਂਗੇ। ਆਓ ਆਪਣੇ ਘਰਾਂ ਵਿੱਚ ਨਾਲ ਬਾਣੀ ਨੂੰ ਸਮਝਦੇ ਵਿਚਾਰਦੇ ਜਾਈਏ, ਤਾਂ ਕਿ ਅਸੀਂ ਗੁਰੂ ਸਾਹਿਬ ਦੇ ਇਸ ਮਹਾਨ ਖਜ਼ਾਨੇ ਵਿੱਚੋਂ ਬਿਰਤੀ, ਆਪਣੀ ਸੁਰਤ ਬਿਰਤੀ ਦੇ ਵਿੱਚ ਚੰਗੀ ਵਿਚਾਰ ਵਿਛਾ ਸਕੀਏ, ਹੰਸ ਬਿਰਤੀ ਲੈ ਕੇ ਮੋਤੀ ਚੁੱਕ ਸਕੀਏ ਅਤੇ ਆਪਣੇ ਆਪ ਨੂੰ ਅਮੀਰ ਕਰ ਸਕੀਏ, ਆਤਮਿਕ ਸਰਮਾਇਆ ਵਧਾ ਸਕੀਏ। ਸਾਰਿਆਂ ਦਾ ਧੰਨਵਾਦ ਜੋ ਬੜੇ ਪਿਆਰ ਨਾਲ ਤੁਸੀਂ ਟਿਕਾ ਨਾਲ ਰੋਜ਼ਾਨਾ ਇਹ ਵਿਚਾਰਾਂ ਸਰਵਣ ਕਰਦੇ ਹੋ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ